ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਸ੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨੇ ਕੰਦਨ। ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਾਨ ਕੇ ਨਾਸ਼ਕ ਜੀ ਬਿਗਨਾਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਬੇਸਾਲਾ। ਕਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੰਵਤ 17 ਸਹਿ ਬਿਤੇ ਪੁਨ ਉਪਰ 21। ਚੇਤ ਸੁਦੀ 14 ਹੁਤੀ ਵਾਰ ਨੰਦ ਰਜਨੀਸ਼। ਸੰਮਤ 17 ਸਹਿ ਬਿਤੇ ਪੁਨ ਉਪਰ 21। ਚੇਤ ਸੁਦੀ 14 ਹੁਤੀ ਵਾਰ ਨੰਦ ਰਜਨੀਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ ਚਵਰ ਛਤਰ ਤਖਤ ਦੇ ਮਾਲਕ ਸ਼ਾਹੀ ਸ਼ਹਿਨਸ਼ਾਹ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਪਾਵਨ ਅਰ ਪਵਿੱਤਰ ਦੀਵਾਨ ਅੰਦਰ ਹਾਜ਼ਰੇ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਸਤਿਗੁਰਾਂ ਦੀ ਮਹਾਨ ਮਿਹਰਾਮਤ ਕਿਰਪਾ ਹਰ ਦਇਆ ਸਦਕਾ ਆਪ ਜੀ ਨਿਤਾ ਪ੍ਰਤੀ ਗਰੀਬ ਨਵਾਜ ਸਤਿਗੁਰਾਂ ਦੇ ਸੁੰਦਰ ਦਰਸ਼ਨ ਪਰਸ ਕਰ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਲਾ ਪ੍ਰੀਤਮ ਸਤਿਗੁਰਾਂ ਦੇ
ਪਾਵਨ ਪਵਿੱਤਰ ਜੀਵਨ ਦੇ ਪ੍ਰਸੰਗ ਸਰਵਣ ਕਰਕੇ ਸਵਾਸਾਂ ਨੂੰ ਸਫਲ ਬਣਾਉਂਦੇ ਹੋ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਲੜੀਵਾਰ ਅੰਮ੍ਰਿਤ ਰੂਪ ਕਥਾ ਜਥਾ ਪ੍ਰਸੰਗ ਪਿਛਲੇ ਦੀ ਬਾਣ ਵਿੱਚ ਆਪ ਜੀਆਂ ਸਰਵਣ ਕੀਤਾ ਜੀ। ਕਿ ਬਾਲਾ ਪ੍ਰੀਤਮ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋ ਮਹਾਰਾਜ 7 ਸਾਲ ਤੋਂ 8 ਮਹੀਨੇ ਤੇ ਤਕਰੀਬਨ 18 ਦਿਨ ਆਯੂ ਭੋਗਦਿਆਂ ਹੋਇਆਂ ਬਾਲ ਅਵਸਥਾ ਵਿੱਚ ਆਪਣੀ ਸਮੁੱਚੀ ਲੀਲਾ ਸਮੇਟ ਗਏ, ਸੱਚਖੰਡ ਚਾਲਾ ਪਾ ਗਏ ਸਨ। ਔਰ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਦੇ ਦਰਸ਼ਨ ਕਰਨ ਦੀ ਇੱਛਾ ਸੀ ਔਰੰਗਜ਼ੇਬ ਬਾਦਸ਼ਾਹ ਦੀ। ਮਹਾਰਾਜ ਨੇ ਆਪਣਾ ਪ੍ਰਣ ਪੂਰਾ ਕੀਤਾ। ਗੁਰੂ ਹਰਿ ਰਾਏ ਸਾਹਿਬ ਦੇ ਬਚਨ ਸਨ ਮਹਾਰਾਜ ਜੀ ਨੂੰ ਕਿ ਤੁਸਾਂ ਨੇ ਨਾ ਔਰੰਗੇ ਦਾ ਦਰਸ਼ਨ ਲੈਣਾ ਹੈ, ਨਾ ਉਹਨੂੰ ਦਰਸ਼ਨ ਬਖਸ਼ਣਾ ਹੈ। ਇਹ ਪ੍ਰਤੱਗਿਆ ਸਤਿਗੁਰਾਂ ਪੂਰੀ ਕੀਤੀ। ਭਾਵੇਂ ਰਾਜੇ ਜੈ ਸਿੰਘ ਨੇ ਬੜੇ ਬੇਨਤੀ ਕੀਤੇ, ਫਿਰ ਵੀ ਮਹਾਰਾਜ ਨੇ ਨਹੀਂ ਔਰੰਗਜ਼ੇਬ ਨੂੰ ਦਰਸ਼ਨ ਦਿੱਤੇ ਸਨ। ਸੋ ਜਦੋਂ ਮਹਾਰਾਜ ਸੱਚਖੰਡ ਚਾਲਾ ਪਾ ਗਏ, ਔਰੰਗਜ਼ੇਬ ਨੂੰ ਖਬਰ ਹੋਈ ਤਾਂ ਔਰੰਗਜ਼ੇਬ ਨੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਤਿਆਰਾ ਕੀਤਾ। ਜਿੱਥੇ ਸਤਿਗੁਰੂ ਜੀ ਸਰੀਰ ਸ਼ਾਂਤ ਕਰ ਗਏ, ਉਸ ਅਸਥਾਨ 'ਤੇ ਔਰੰਗਜ਼ੇਬ ਪਹੁੰਚਾ ਹੈ। ਸਭ ਸਰਕਾਰੀ ਮਨੁੱਖ ਹੋਰ ਪਹਾੜੀ ਅਹਿਲਕਾਰਾਂ ਦੀ ਭੀੜ ਉਹਦੇ ਨਾਲ ਹੈ ਸੀ। ਚੱਲਦਿਆਂ ਇੱਥੇ ਪਹੁੰਚਾ, ਬਹੁਤ ਸਤਿਕਾਰ ਮਾਣ ਕੀਤਾ ਜਾ ਰਿਹਾ ਔਰੰਗਜ਼ੇਬ ਦਾ। ਰਾਜਾ ਜੈ ਸਿੰਘ ਵੀ ਬੜਾ ਪ੍ਰੇਮ ਨਾਲ ਖੜਾ ਹੋਇਆ। ਇੱਦਾਂ ਸਾਧ ਸੰਗਤ ਜੀ ਮਹਾਰਾਜ ਦੇ ਜਿੱਥੇ ਤੰਬੂ ਹੈ ਉਹਦੇ ਵਿੱਚ ਔਰੰਗਜ਼ੇਬ ਵੜਿਆ ਹੈ ਤੇ ਸਾਹਮਣੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਧਰਤੀ ਦੇ ਉੱਪਰ ਸੁਭਾਏਮਾਨ ਹਨ। ਲਾਗੇ ਇੱਕ ਸਿੱਖ ਸੀ ਚੁੱਪਚਾਪ ਖੜਾ, ਜਿਹੜਾ ਨੇਤਰਾਂ ਚੋਂ ਜਲ ਡੋਲਦਾ ਪਿਆ, ਮਹਾਰਾਜ ਦੀ ਯਾਦ ਅੰਦਰ ਜੁੜਿਆ। ਬਾਦਸ਼ਾਹ ਨੇ ਸਿੱਖ ਨੂੰ ਆਖਿਆ ਵੀ ਮੈਨੂੰ ਦਰਸ਼ਨ ਕਰਾਓ, ਮਹਾਰਾਜ ਦੇ ਮੁਖ ਤੋਂ ਕੱਪੜਾ ਪਰੇ ਕਰੋ। ਸਿੱਖ ਨੇ ਅੱਗੇ ਵੱਧ ਕਰਕੇ ਤੇ ਬਾਦਸ਼ਾਹ ਨੂੰ ਦਰਸ਼ਨ ਮਹਾਰਾਜ ਦੇ ਸਰੂਪ ਦੇ ਕਰਾਉਣ ਵਾਸਤੇ ਜਦੋਂ ਵਸਤਰ ਉਗੇੜਿਆ, ਕਿਉਂਕਿ ਔਰੰਗਜ਼ੇਬ ਦੇ ਮਨ ਵਿੱਚ ਸ਼ੰਕਾ ਹੁਜਤ ਸੀ ਵੀ ਇਹਨਾਂ ਨੇ ਮੈਨੂੰ ਦਰਸ਼ਨ ਨਹੀਂ ਬਖਸ਼ੇ। ਹੁਣ ਸੱਚਖੰਡ ਚਾਲਾ ਮਾਰ ਗਏ। ਜਿਹੜੇ ਪ੍ਰਤੱਗਿਆ ਨਿਭਾਉਣ ਦੀ ਗੱਲ ਕਰਦੇ ਸਨ, ਹੁਣ ਇਹਨਾਂ ਦੀ ਪ੍ਰਤੱਗਿਆ ਮੈਂ ਰਹਿਣ ਨਹੀਂ ਦਿਆਂਗਾ, ਵੀ ਹੁਣ ਵੀ ਮੈਂ ਦਰਸ਼ਨ ਕਰ ਹੀ ਚੱਲਿਆ। ਪਰ ਜਦੋਂ ਦਰਸ਼ਨ ਕਰਾਉਣ ਵਾਸਤੇ ਸਿੱਖ ਨੇ ਪਾਤਸ਼ਾਹ ਦੇ ਮੁਖ ਤੋਂ ਵਸਤਰ ਉਗੇੜਿਆ ਸੀ ਤੇ ਉਹ ਵਸਤਰ ਤੇ ਸਰੂਪ ਦੀ ਥਾਂ ਤੇ ਬਹੁਤ ਡੂੰਘੀ ਖਾੜੀ, ਇੱਕ ਤਰੇੜ ਦਰਾਰ ਜਿਹੜੀ ਹੈ ਉਹ ਦਿਸੇ ਪਈ। ਔਰੰਗਜ਼ੇਬ ਬਾਦਸ਼ਾਹ ਨੂੰ ਵੇਖ ਕੇ ਬਹੁਤ ਭੈ ਭੀਤ ਹੋਇਆ, ਕੰਬ ਗਿਆ, ਸਰੀਰ ਜੜ ਹੋ ਗਿਆ। ਭੁਆਟਣੀ ਖਾ ਕੇ ਡਿੱਗਣ ਲੱਗੇ ਨੂੰ ਸਿੱਖ ਨੇ ਸੰਭਾਲਿਆ। ਇਸ ਤਰ੍ਹਾਂ ਫਿਰ ਉੱਥੋਂ ਤੰਬੂ ਚੋਂ ਦਵਾ ਦਵ ਨਿਕਲ ਕੇ ਦੌੜਿਆ। ਇਹਦੇ ਅਹਿਲਕਾਰਾਂ ਨੇ ਇਹਨੂੰ ਸੰਭਾਲਦਿਆਂ ਚੁੱਕ ਕੇ ਪਾਲਕੀ ਵਿੱਚ ਪਾਇਆ ਤੇ ਕਿਲੇ ਵਿੱਚ ਲੈ ਗਏ ਸਨਗੇ। ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਨੇ ਉਹ ਆਪਣਾ ਪ੍ਰਤੱਗਿਆ ਪਰਨ ਸੀ ਜੋ ਉਹ ਬਾਅਦ ਵਿੱਚ ਵੀ ਸੰਪੂਰਨ ਨਿਭਾਉਣਾ ਕੀਤਾ ਹੈ। ਐਸੀ ਮਹਾਨ ਮਹਿਮਾ ਵਡਿਆਈ ਸਤਿਗੁਰਾਂ ਦੀ ਆਪ ਜੀਆਂ ਸਰਵਣ ਕੀਤੀ। ਚੰਦਨ ਦੀ ਚਿਖਾ ਚਿਣ ਕਰ, ਜਿੱਥੇ ਅਜੋਕੇ ਸਮੇਂ ਵਿੱਚ ਜਮਨਾ ਦੇ ਕਿਨਾਰੇ ਪਾਵਨ ਪਵਿੱਤਰ ਸ੍ਰੀ ਬਾਲਾ ਸਾਹਿਬ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ। ਇਸੇ ਸਥਾਨ 'ਤੇ ਸਤਿਗੁਰਾਂ ਜੀ ਦਾ ਅੰਤਮ ਸੰਸਕਾਰ ਚੰਦਨ ਦੀ ਚਿਖਾ ਚਿਣ ਕੇ ਗੁਰਮੁਖ ਪਿਆਰੀ ਸਾਧ ਸੰਗਤ ਨੇ ਕੀਤਾ ਹੈ। ਸਿੱਖਾਂ ਦੇ ਮਨ ਵਿੱਚ ਬਹੁਤ ਭਾਰੀ ਵਿਰਾਗ ਹੈ। ਐਸਾ ਗੁਰਵਡ ਭਾਗੀ ਪਾਇਆ, ਭੂਲੇ ਮਾਰਗ ਜਿਨਹਿ ਬਤਾਇਆ। ਬਹੁਤ ਪ੍ਰੇਮ ਸਹਿਤ ਸਤਿਗੁਰੂ ਜੀ ਦੇ ਵਡਿਆਈ ਭਰੇ ਵਾਰਤਾਲਾਪ ਬਚਨ ਬਿਲਾਸ ਸਿੱਖ ਸੰਗਤਾਂ ਕਰਦੀਆਂ ਹਨ। ਤੋ ਇਸ ਤਰ੍ਹਾਂ ਪਿੱਛੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਵੇਂ ਸਾਧ ਸੰਗ ਜੀ ਸੱਚਖੰਡ ਚਾਲੇ ਦਾ ਪ੍ਰਸੰਗ ਹੈ, ਪ੍ਰਕਰਨ ਹੈ, ਆਪਾਂ ਸਰਵਣ ਕੀਤਾ।
ਅੱਗੇ ਜਿਹੜੀ ਕਥਾ ਹੈ ਸਤਿਗੁਰੂ ਗਰੀਬ ਨਵਾਜ ਦੇ ਸੱਚਖੰਡ ਚਾਲੇ ਤੋਂ ਬਾਅਦ ਜਿਹੋ ਜਿਹਾ ਸਮਾਂ ਬਣਿਆ, ਸੰਗਤਾਂ ਦੇ ਵਿੱਚ ਵਿਚਾਰ ਹੋਣੀ, ਜੈ ਸਿੰਘ ਨੇ ਮਾਤਾ ਜੀ ਨੂੰ ਕੁਝ ਬੇਨਤੀ ਕਰਨੇ, ਉਹ ਸਾਰਾ ਪ੍ਰਸੰਗ ਰਲ ਮਿਲ ਕਰ ਸਰਵਣ ਕਰੀਏ ਜੀ। ਪਾਤਸ਼ਾਹ ਜੀ ਨੂੰ ਹਿਰਦੇ ਵਿੱਚ ਵਸਾਉਂਦਿਆਂ ਸਭ ਸੰਗਤ ਕਹੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੰਮਤ 17 ਸਹਿਬਤੇ। ਜਦੋਂ ਕਵੀ ਰਾਜ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਪਾਤਸ਼ਾਹ ਨੇ ਸੱਚਖੰਡ ਚਾਲਾ ਪਾਇਆ, ਉਸ ਸਮੇਂ ਜਿਹੜਾ ਦਿਨ ਵਾਰ ਤਰੀਕ ਸਮਾਂ ਸੰਮਤ ਹੈ ਸੀ ਬਿਕਰਮੀ ਸੰਮਤ, ਤੇ 1700 ਪੂਰਾ ਬੀਤ ਕਰਕੇ ਪੁਨ ਉਪਰ 120 ਉੱਪਰ 20 ਤੇ 1 21 ਭਾਵ 1721 ਬਿਕਰਮੀ ਸੰਮਤ ਹੈ ਸੀ ਉਹਨਾਂ ਸਮਿਆਂ ਦੇ ਵਿੱਚ। ਤੋ ਯਾਦ ਰਹੇ ਇਹ 21ਵੀਂ ਸੰਮਤ ਜਿਹਨੂੰ ਹੁਣ ਆਪਾਂ ਜਿਹੜੇ ਪ੍ਰਚਲਿਤ ਕੀਤਾ ਹੈ 2024 ਚੱਲਦਾ ਹੈ, ਜਿਹੜਾ ਬਿਕਰਮੀ ਸੰਮਤ ਹੁੰਦਾ ਹੈ ਇਹ 57 ਵਰੇ ਅੱਗੇ ਚੱਲਦਾ ਹੈ ਇਹਦੇ ਤੋਂ, ਈਸਵੀ ਸੰਮਤ ਦੇ ਤੋਂ 57 ਸਾਲ। ਤੋ ਇਸ ਕਰਕੇ ਜਿੰਨਾ ਇਤਿਹਾਸ ਗੁਰੂ ਕਾ ਹੈ, ਤੋ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਹੀ ਈਸਵੀ ਸੰਮਤ ਜਿਹੜਾ ਪ੍ਰਚਲਿਤ ਹੋਇਆ। ਉਦੋਂ ਪਹਿਲਾਂ ਜਿਹੜੇ ਜਿੰਨੇ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਤੁਹਾਨੂੰ ਗ੍ਰੰਥ ਮਿਲਣਗੇ ਇਤਿਹਾਸਕ ਸਤਿਗੁਰਾਂ ਦੀ ਬਾਬਤ ਜਿਨ੍ਹਾਂ ਵਿੱਚ ਇਤਿਹਾਸ ਉਕਰਿਆ ਹੋਇਆ, ਉਹ ਸਾਰੇ ਦੇ ਸਾਰੇ ਗ੍ਰੰਥ ਹੋਣਗੇ, ਜਿੰਨੇ ਪੋਥੀਆਂ ਜਾਂ ਕੋਈ ਦਸਤਾਵੇਜ਼ ਜਿਹੜੇ ਗੁਰੂ ਘਰ ਦੀ ਪੰਥ ਦੀ ਮਾਣ ਮਰਿਆਦਾ ਕੁਝ ਵੀ ਲਿਖਤ ਮਿਲੇ ਉਹ ਸੰਮਤ ਦੇ ਹਿਸਾਬ ਨਾਲ ਆਪ ਜੀ ਨੂੰ ਮਿਲੇਗੀ, ਬਿਕਰਮੀ ਸੰਮਤ। ਤੋ ਇਸ ਕਰਕੇ ਬਿਕਰਮੀ ਸੰਮਤ 1721 ਬਿਕਰਮੀ ਸੰਮਤ ਹੈ ਸੀ ਜਦੋਂ ਮਹਾਰਾਜ ਚਾਲਾ ਪਾਇਆ ਹੈ। ਚੇਤ ਸੁਦੀ 14 ਹੁਤੀ। ਚੇਤਰ ਦਾ ਮਹੀਨਾ ਸੀ ਤੇ ਸੁਦੀ ਥਿਤ ਜਿਹੜੀ ਹੈ ਉਹ 14 ਹੈ ਸੀ, ਭਾਵ ਪੁੰਨਿਆਂ ਵਿੱਚ ਇੱਕ ਦਿਨ ਬਾਕੀ ਰਹਿੰਦਾ ਸੀ। ਵਾਰ ਆਨੰਦ ਰਜਨੀਸ਼। ਤੇ ਜਿਹੜਾ ਵਾਰ ਸੀ ਉਸ ਦਿਨ ਉਹ ਬੁੱਧਵਾਰ ਸੀ। ਅਰਥੇ ਦੇ ਇਦਾਂ ਪਦ ਛੇਦ ਕਰਕੇ ਕਰ ਲੈਣੇ ਆ। ਰਜਨੀ ਤੇ ਜਿਹੜੀ ਬਿਹਾਰੀ ਹੈ ਨੰਨੇ ਨੂੰ ਇਹਦਾ ਈੜੀ ਦੀ ਸੰਧੀ ਨਿਕਲੂ, ਇਹਦੇ ਚੋਂ ਰਜਨੀ ਈਸ਼। ਤੇ ਰਜਨੀ ਨਾਮ ਰਾਤ ਦਾ ਹੈ, ਈਸ਼ ਨਾਮ ਹੈ ਮਾਲਕ ਦਾ। ਰਾਤ ਦਾ ਮਾਲਕ ਕੌਣ ਹੈ? ਉਹ ਚੰਦਰਮਾ ਹੈ। ਤੇ ਨੰਦ ਨਾਮ ਪੁੱਤਰ ਦਾ ਹੁੰਦਾ ਹੈ। ਚੰਦਰਮਾ ਦਾ ਪੁੱਤਰ ਬੁੱਧ ਗ੍ਰਹਿ ਨੂੰ ਮੰਨਿਆ, ਤੇ ਵਾਰ ਤਾਂ ਸਿੱਧਾ ਸਪਸ਼ਟ ਪਦ ਵਿੱਚ ਲਿਖਿਆ ਹੀ ਆ ਗਿਆ। ਰਜਨੀਸ਼ ਨਾਮ ਚੰਦਰਮਾ ਦਾ, ਨੰਦ ਨਾਮ ਪੁੱਤਰ ਦਾ। ਚੰਦਰ ਦਾ ਪੁੱਤਰ ਬੁੱਧ ਮੰਨਿਆ ਹੈ ਹਿੰਦੂ ਸਨਾਤਨ ਮਤੀਆਂ ਨੇ। ਤਾਂ ਕਵੀ ਜੀ ਉਹ ਵਿਦਵਤਾ ਵਿਖਾਉਂਦੇ ਹੋਏ ਇਸ ਤਰ੍ਹਾਂ ਉਹ ਪਦ ਦੇ ਅਰਥ ਜਿਹੜੇ ਆ ਨਿਕਲ ਜਾਣ, ਤਾਂ ਉਹ ਇਸ ਤਰ੍ਹਾਂ ਰਜਨੀਸ਼, ਨੰਦ ਵਾਰ, ਬੁੱਧਵਾਰ ਤੇ ਚੇਤਰ ਸੁਦੀ ਇੱਦਾਂ 14 ਤਰੀਕ ਹੈ ਸੀਗੀ। ਚੌਪਈ ਸ੍ਰੀ ਹਰਿਕ੍ਰਿਸ਼ਨ ਬਾਲ ਬਹਿ ਧਾਰੇ। ਤੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬਾਲਕ ਉਮਰ ਧਾਰੀ ਹੋਈ, ਭਾਵ ਸਤਿਗੁਰਾਂ ਦੀ ਅਜੇ ਉਮਰ ਵੀ ਕੋਈ ਬਹੁਤੀ ਜ਼ਿਆਦਾ ਨਹੀਂ ਹੈ ਸੀ। ਬਹੁ ਕਾਰਨ ਕੋ ਹਿਰਦੇ ਵਿਚਾਰੇ। ਸਤਿਗੁਰਾਂ ਨੇ ਸਰੀਰ ਜਿਹੜਾ ਸ਼ਾਂਤ ਕਰਨ ਦੇ ਬੜੇ ਕਾਰਨ ਆਪਦੇ ਮਨ ਵਿੱਚ ਵਿਚਾਰੇ। ਸੱਚੇ ਪਾਤਸ਼ਾਹ ਜੀ ਦੇ ਬਹੁਤ ਕਾਰਨ ਸਨਗੇ ਵੀ ਅਸੀਂ ਸੱਚਖੰਡ ਜਾਣਾ, ਉਹਦੀ ਬਾਬਤ ਤੇ ਮਹਾਰਾਜ ਦੇ ਖਿਆਲ ਸਨਗੇ ਵੀ ਅਸੀਂ ਸੱਚਖੰਡ ਜਾਵਾਂਗੇ। ਫਿਰ ਗੁਰਤਾ ਗੱਦੀ ਵਿਧੀ ਨਾਲ ਬਾਬਾ ਬਕਾਲਾ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਪ੍ਰਗਟ ਹੋਣਗੇ। ਉਹਨਾਂ ਦੇ ਘਰ ਫਿਰ ਮਹਾਬਲੀ ਸੂਰਬੀਰ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਗਟ ਹੋਣੇ ਆ। ਇਸ ਤਰ੍ਹਾਂ ਦੇ ਬੜੇ ਕਾਰਨ ਜਿਹੜੇ ਸੀ ਤਾਂ ਕਿ ਮੁਗਲ ਰਾਜ ਦੀ ਜੜ ਪੱਟੀ ਜਾ ਸਕੇ ਛੇਤੀ ਤੋਂ ਛੇਤੀ। ਐਸੇ ਕਾਰਨ ਬਾਲਾ ਪ੍ਰੀਤਮ ਨੇ ਮਨ ਵਿੱਚ ਵਿਚਾਰੇ ਹੈ, ਤਦੇ ਸੱਚਖੰਡ ਚਾਲਾ ਮਾਰਿਆ ਹੈ। ਪਰਮ ਧਾਮ ਬੈਕੁੰਠ ਪਧਾਰੇ। ਜਿਹੜਾ ਪਰਮ ਵੱਡਾ ਘਰ ਹੈ ਸੱਚਖੰਡ ਵਸੈ ਨਿਰੰਕਾਰ, ਉਥੇ ਸੱਚੇ ਪਾਤਸ਼ਾਹ ਜੀ ਚਾਲਾ ਮਾਰ ਗਏ ਹਨ। ਜੋ ਸਤ ਸੰਗਤ ਕੋ ਬਹੁ ਪਿਆਰੇ। ਜਿਹੜੇ ਪਾਤਸ਼ਾਹ ਜੀ ਸਾਧ ਸੰਗਤ ਗੁਰੂ ਕੇ ਗੁਰਮੁਖਾਂ ਸਿੱਖਾਂ ਨੂੰ ਬੜੇ ਭਾਰੀ ਪਿਆਰੇ ਪ੍ਰੀਤਮ ਸਨ। 3 ਦਿਵਸ ਪੁਨ ਬੀਤੇ ਜਬ ਹੂੰ। ਤੇ ਮਹਾਰਾਜ ਦੇ ਚਾਲੇ ਤੋਂ ਬਾਅਦ ਸੰਸਕਾਰ ਹੋਇਆ, ਆਪਾਂ ਕੱਲ ਪ੍ਰਸੰਗ ਸਰਵਣ ਕੀਤਾ ਹੈ। ਉਸ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ
ਜਦੋਂ ਸੰਸਕਾਰ ਸਤਿਗੁਰਾਂ ਦਾ ਕੀਤਾ, ਸੰਸਕਾਰ ਤੋਂ ਤੀਸਰੇ ਦਿਨ ਜਾ ਕਰਕੇ 3 ਕੁ ਦਿਨ ਜਦੋਂ ਬਤੀਤ ਹੋਏ ਹਨ, ਮਿਲੇ ਮਸੰਦ ਆਦ ਸਿੱਖ ਸਭ ਹੂੰ। ਮਹਾਰਾਜ ਦੇ ਮਾਤਾ ਕ੍ਰਿਸ਼ਨ ਕੌਰ ਜੀ, ਮਸੰਦ ਸਿੱਖ, ਹੋਰ ਜਿੰਨੀਆਂ ਸਾਧ ਸੰਗਤਾਂ ਇਕੱਠੀਆਂ ਹੋਈਆਂ, ਪੁਸ਼ਪ ਬੀਨ ਬੇਕਾਰਨ ਗਏ। ਸਤਿਗੁਰਾਂ ਦੇ ਜਿਹੜੇ ਅੰਗੀਠਾ ਸਾਹਿਬ ਹੈ ਫੁੱਲ ਆ, ਉਹ ਸਾਂਭਣ ਵਾਸਤੇ ਸਾਰੇ ਸਿੱਖ ਸੰਸਕਾਰ ਕੀਤੇ ਜਗ੍ਹਾ ਤੇ ਪਹੁੰਚੇ ਹਨ। ਸ਼ੋਕਾ ਕੁਲ ਗੁਰ ਸਿਮਰਤ ਤੇ ਭਏ। ਬੜੇ ਸ਼ੋਕ ਦੇ ਸਹਿਤ ਹੁੰਦੇ ਸਿੱਖ ਦੁੱਖ ਦੇ ਨਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਸਿਮਰਨ ਕਰ ਰਹੇ ਹੈ, ਮਹਾਰਾਜ ਨੂੰ ਯਾਦ ਕਰਦੇ ਹਨ। ਦੇਖ ਰਹੇ ਕੁਛ ਹਾਥ ਨ ਆਏ। ਜਦੋਂ ਜਾ ਕੇ ਵੇਖਿਆ ਮਹਾਰਾਜ ਦਾ ਅੰਗੀਠਾ ਸਾਹਿਬ, ਉਹਦੇ ਵਿੱਚ ਕੁਝ ਹੱਥ ਹੋਣ ਵਾਲੀ ਸ਼ੈ ਨਹੀਂ ਹੈ ਸੀ, ਭਾਵ ਵੀ ਕੱਲੀ ਰਾਖ ਹੀ ਰਾਖ ਹੈ ਸੀ। ਮਹਾਰਾਜ ਇਉਂ ਜਾਣੋ ਵੀ ਚੰਡਾ ਪ੍ਰਚੰਡ ਕਰਦਿਆਂ ਸਮੇਤ ਸਰੀਰ ਹੀ ਅਲੋਪ ਹੋ ਗਏ ਸਨ। ਗੁਰੂ ਹਰਿਰਾਏ ਸਾਹਿਬ ਦੇ ਇਤਿਹਾਸ 'ਚ ਵੀ ਆਪ ਜੀਆਂ ਸਰਵਣ ਕੀਤਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਪ੍ਰਸੰਗ ਵਿੱਚ ਵੀ। ਤੋ ਸਿੱਖਾਂ ਦੇ ਹੱਥ ਆਉਣ ਵਾਲਾ ਉੱਥੇ ਕੁਝ ਜਿਵੇਂ ਉਹ ਹੁੰਦੇ ਅਸਤ ਹੁੰਦੇ ਆ, ਐਸਾ ਕੁਝ ਹੈ ਨਹੀਂ ਸੀ। ਸਾਰੀ ਕੇਵਲ ਰਾਖ ਹੀ ਰਾਖ ਉਸ ਥਾਂ ਤੇ ਪਈ ਹੋਈ ਹੈ। ਭਸਮ ਸਕੇਲਤ ਸਭ ਤਾਂ ਬਿਸਮਾਏ। ਸਾਰੇ ਅੰਗੀਠਾ ਸਾਹਿਬ ਨੂੰ ਇਕੱਠਾ ਕਰਕੇ ਸਿੱਖਾਂ ਨੇ ਮਹਾਰਾਜ ਮਾਤਾ ਜੀ ਦੇ ਆਦੇਸ਼ ਅਨੁਸਾਰ ਅੰਗੀਠਾ ਇਕੱਠਾ ਹੋਇਆ, ਅੰਗੀਠਾ ਸਾਂਭਿਆ ਗਿਆ ਹੈ। ਤਰਨ ਤਨੂਜਾ ਨੀਰ ਮਝਾਰੀ। ਤੇ ਕਿਸੇ ਕੱਪੜੇ ਦੇ ਵਿੱਚ ਪਾ ਕਰਕੇ, ਤਰਨ ਨਾਮ ਸੂਰਜ ਦਾ ਹੈ ਤੇ ਤਨੁਜਾ ਨਾਮ ਪੁੱਤਰੀ ਦਾ, ਜਿਹੜੀ ਇਹ ਜਮਨਾ ਨਦੀ ਇਹ ਸੂਰਜ ਦੀ ਪੁੱਤਰੀ ਮੰਨੀ ਹੈ, ਤਾਂ ਕਰਕੇ ਇਹਦਾ ਨਾਮ ਤਰਨ ਤਨੂਜਾ ਜਿੱਥੇ ਆ ਜਾਵੇ ਉਹਦਾ ਅਰਥ ਜਮਨਾ ਨਦੀ ਕਰ ਲੈਣਾ। ਤੋ ਜਮਨਾ ਨਦੀ ਲਾਗੇ ਹੀ ਸੀਗੀ, ਉਹ ਮਹਾਰਾਜ ਦਾ ਅੰਗੀਠਾ ਸਾਹਿਬ ਸਾਂਭ ਕੇ ਸਾਰਾ ਤੇ ਉਹਦੇ ਵਿੱਚ ਵਹਾ ਦਿੱਤਾ ਹੈ ਜੀ। ਸਕਲ ਮੇਲ ਕਰ ਬੰਧਨ ਧਾਰੀ। ਸਾਰਿਆਂ ਨੇ ਉੱਥੇ ਖੜ ਕੇ ਨਮਸਕਾਰ ਕੀਤੀ ਹੈ। ਜਮਨਾ ਨਦੀ ਦੇ ਕੰਢੇ ਖੜ ਤੇ ਪਾਤਸ਼ਾਹ ਦਾ ਅੰਗੀਠਾ ਸਾਹਿਬ ਸੰਕੋਚ ਕੇ ਸਾਰਾ ਤੇ ਯਮੁਨਾ ਨਦੀ ਦੇ ਵਿੱਚ ਜਲ ਪ੍ਰਵਾਹ ਕੀਤਾ ਹੈ। ਸਭ ਸੰਗਤ ਪੁਨ ਮਾਤਾ ਪਾਸ। ਫਿਰ ਸਾਰੀਆਂ ਸੰਗਤਾਂ ਜਿੰਨੀਆਂ ਸਨ ਸਭ ਮਾਤਾ ਜੀ ਦੇ ਪਾਸ ਪਹੁੰਚੀਆਂ ਹਨ। ਬੈਠਤ ਬੋਧਤ ਸ਼ੋਕ ਪ੍ਰਕਾਸ਼। ਬੜਾ ਸ਼ੋਕ ਜਿਹਾ ਕਰਦੇ ਆ ਸਿੱਖ, ਜਿਹੜੇ ਪ੍ਰੇਮ ਵਾਲੇ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਥਾਏ ਬਹੁਤ ਵਿਰਾਗ ਕਰਦੇ ਬੈਠੇ ਹਨ। ਇੱਕ ਦੋਏ ਬਾਰੀ ਜੈਪੁਰ ਨਾਥ। ਇੱਧਰ ਜਿਹੜਾ ਰਾਜਾ ਹੈ ਜੈ ਸਿੰਘ, ਇਹ ਅੰਬਰ ਜਿਹੜਾ ਰਾਜਧਾਨੀ ਦਾ ਰਾਜਾ ਜੈ ਸਿੰਘ ਜੋ ਹੈ, ਬੈਠਿਓ ਆਏ ਬੰਦ ਕਰ ਹਾਥ। ਇਹ ਵੀ ਆਇਆ, ਨਾਲ 1-2 ਮਨੁੱਖ ਹੋਰ ਐਲਕਾਰ ਅਮੀਰ ਵਜ਼ੀਰ ਹਨਗੇ। ਰਾਜਾ ਜੈ ਸਿੰਘ ਮਾਤਾ ਜੀ ਦੇ ਪਾਸ ਨਮਸਕਾਰ ਕਰਕੇ ਬੈਠ ਗਿਆ ਹੈ। ਕ੍ਰਿਸ਼ਨ ਕੋਇਰ ਕਹ ਬੰਧਨ ਕੀਨ। ਰਾਜੇ ਜੈ ਸਿੰਘ ਨੇ ਆ ਕੇ ਮਾਤਾ ਜੀ ਦੇ ਚਰਨਾਂ ਵਿਖੇ ਨਮਸਕਾਰ ਕੀਤੀ ਹੈ। ਕਹਿ ਬਹੁ ਰੀਤ ਧੀਰ ਉਰ ਦੀਨ। ਤੇ ਬੜੇ ਪ੍ਰੇਮ ਸਹਿਤ ਧੀਰਜ ਦਿੱਤਾ ਹੈ ਮਾਤਾ ਜੀ ਨੂੰ, ਬੜੇ ਧਰਵਾਸ ਦੇ ਬਚਨ। ਰਾਜਾ ਜੈ ਸਿੰਘ ਸਿਆਣਾ ਬਹੁਤ ਸੀਗਾ ਤੇ ਮਾਤਾ ਜੀ ਨੂੰ ਬੜੇ ਸੁੰਦਰ ਬਚਨ ਆਖੇ ਹਨ। ਗੁਰ ਸਭਹਿਨ ਕੇ ਅਤਿਸ਼ੈ ਪਿਆਰੇ। ਆਖਿਆ ਮਾਤਾ ਜੀ ਸਤਿਗੁਰੂ ਆਪ ਜੀ ਦੇ ਸਾਹਿਬਜ਼ਾਦੇ ਸਨ, ਜਿਨ੍ਹਾਂ ਆਪ ਜੀ ਨੂੰ ਪਿਆਰੇ ਸੀ, ਗਰੀਬ ਨਵਾਜ। ਇਕੱਲੇ ਆਪ ਜੀ ਨੂੰ ਨਹੀਂ, ਸਾਰਿਆਂ ਨੂੰ ਹੀ ਮਾਤਾ ਜੀ ਸਤਿਗੁਰੂ ਜੀ ਅਤਿਅੰਤ ਪਿਆਰੇ ਪ੍ਰੇਮੀ ਸਨ। ਦਰਸ਼ਨ ਦੇਤ ਅਨੇਕ ਦੁਖ ਟਾਰੇ। ਜਿਨ੍ਹਾਂ ਨੇ ਦਰਸ਼ਨ ਦੇ ਕੇ ਸਾਡੀ ਦਿੱਲੀ ਨਗਰੀ ਤਾਂ ਆਸ-ਪਾਸ ਬੇਅੰਤ ਰੋਗੀਆਂ ਕੋੜੀਆਂ ਦੇ ਜਿੰਨੇ ਰੋਗ ਸਨਗੇ ਸਾਰੇ ਨਾਸ਼ ਕੀਤੇ ਸਨ। ਪੁਰ ਮਹਿ ਘਰ ਘਰ ਕੀਰਤ ਹੋਈ। ਜਿਨ੍ਹਾਂ ਦੀ ਵਡਿਆਈ ਨਗਰੀ ਵਿੱਚ ਘਰ ਘਰ ਹੋਈ, ਸਭ ਪਾਸੇ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ। ਜਿਸ ਡਿਠੇ ਸਭ ਦੁੱਖ ਜਾਏ, ਸੰਗਤ ਇਹਨਾਂ ਦੀ ਸੋਭਾ ਗਾਉਂਦੀਆਂ ਹਨ। ਹਿੰਦੂ ਯਵਨ ਨਿਵੈ ਜਿਨ ਦੋਈ। ਸਭ ਮਾਤਾ ਜੀ ਹਿੰਦੂ ਕੀ ਮੁਸਲਮਾਨ, ਸਭ ਧਰਮਾਂ ਦੇ ਲੋਕ ਸਤਿਗੁਰੂ ਮਹਾਰਾਜ ਦੇ ਅੱਗੇ ਨਿਵਦੇ ਆ, ਸ਼ੀਸ਼ ਝੁਕਾਉਂਦੇ ਹਨ। ਮੇਟਨ ਸਰਾਪ ਭਰਾਤ ਕੋ ਕਹਿਓ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅਸਾਂ ਨੇ ਬੇਨਤੀ ਕੀਤੀ ਸੀ ਵੀ ਸਤਿਗੁਰੂ ਜੀ ਆਪ ਜੀ ਨੂੰ ਜਿਹੜਾ ਬਚਨ ਰਾਮ ਰਾਏ ਨੇ ਕੀਤਾ ਹੈ ਵੀ ਇਹ ਸ਼ੀਤਲਾ ਦਾ ਜਾਂ ਜਿਹੜੀ ਆ ਕੁਚੇਚਕ ਦਾ ਖਾਜਾ ਹਨ, ਤੇ ਮਹਾਰਾਜ ਆਪ ਜੀ ਉਹ ਬਚਨ ਸਮਰੱਥਾ ਰੱਖਦੇ ਹੋ, ਆਪ ਜੀ ਉਹ ਬਚਨ ਬਾਬਾ ਰਾਮ ਰਾਏ ਦਾ ਮੇਟ ਸਕਦੇ ਹੋ, ਤੁਹਾਡੇ ਵਿੱਚ ਸਮਰੱਥਾ ਹੈ। ਉਤੇ ਸਮਰੱਥ ਤਉ ਤਨ ਸਹਿਓ। ਅਸੀਂ ਆਖਿਆ ਵੇਖੋ ਮਹਾਰਾਜ ਸਮਰੱਥ ਸਨ ਮਾਤਾ ਜੀ, ਜੋ ਚਾਹੁੰਦੇ ਜਿੰਨੀ ਮਰਜ਼ੀ ਉਮਰ ਆਪਦੀ ਵਧਾ ਸਕਦੇ ਸਨ। ਬਾਲਾ ਪ੍ਰੀਤਮ ਸਰਬ ਕਲਾ ਸਮਰੱਥ ਸਨਗੇ, ਪਰ ਤਾਂ ਵੀ ਉਹ ਸਾਰੀ ਪਰਮੇਸ਼ਰ ਦੀ ਹੋਣੀ ਜਿਹੜੀ ਹੈ ਉਹ ਆਪਦੇ ਸਰੀਰ ਤੇ ਸਹਿਣਾ ਕੀਤੀ ਜੀ। ਮਿਲਨ ਸਾਹੋ ਸੋ ਭਨਿਓ ਕਨੇਰੇ। ਫਿਰ ਬਾਦਸ਼ਾਹ ਔਰੰਗਜ਼ੇਬ ਉਹਨਾਂ ਦੇ ਦਰਸ਼ਨ ਕਰਨ ਦੀ ਬੜੀ ਕਾਂਖਾ ਰੱਖਦਾ ਸੀ, ਤੇ ਮੇਰੇ ਤਾਈਂ ਬਾਦਸ਼ਾਹ ਔਰੰਗਜ਼ੇਬ ਨੇ ਬੜੀ ਵਾਰ ਬੇਨਤੀ ਵੀ ਕੀਤੇ ਸਨ। ਰਾਖੀ ਧੀਰ ਅਪੀਰ ਵਡੇਰੇ। ਪਰ ਬਾਲਾ ਪ੍ਰੀਤਮ ਨੇ ਧੀਰਜ ਰੱਖਿਆ ਤੇ ਅਪੀਰ ਵਡੇਰੇ, ਬੜੇ ਭੀਰ ਮੁਸ਼ਕਲ ਤੋਂ ਵਿੱਚ ਵੀ ਡਟੇ ਰਹਿਣ ਵਾਲੇ ਸਤਿਗੁਰੂ ਸਨਗੇ, ਨਿਡਰ ਸਨਗੇ।
ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆਪਣਾ ਪਰਨ ਨਿਭਾਉਣਾ ਕੀਤਾ। ਔਰੰਗਜ਼ੇਬ ਦੇ ਮੱਥੇ ਨਹੀਂ ਲੱਗੇ ਹਨ। ਧੰਨ ਗੁਰੂ ਹਰਿਕ੍ਰਿਸ਼ਨ ਸੁਜਾਨ। ਸੁਗੜ ਸਰੂਪ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆਪ ਜੀ ਕੇ ਸਾਹਿਬਜ਼ਾਦੇ ਹਨ ਮਾਤਾ ਜੀ, ਜਿਹੜੇ ਧਨ ਹਨ, ਧਨਤਾ ਯੋਗ ਹਨ, ਜਿਨ੍ਹਾਂ ਨੂੰ ਸ਼ੀਸ਼ ਝੁਕਦਾ ਹੈ। ਅਜਰ ਜਰਨ ਮਹਿ ਕੋ ਨਾ ਸਮਾਨ। ਗੁਰੂ ਨਾਨਕ ਸਾਹਿਬ ਦੇ ਘਰ ਦੀ ਅਜਰ ਜਿਹੜੀ ਕਰਾਮਾਤ ਨਹੀਂ ਜਰੀ ਜਾਣ ਵਾਲੀ, ਉਹਨੂੰ ਜਰਨ ਵਾਲੇ ਹੈ। ਤੇ ਇਹਨਾਂ ਦੇ ਵਰਗਾ ਮਾਤਾ ਜੀ ਨਾ ਕੋਈ ਹੋਇਆ ਹੈ ਤੇ ਨਾ ਹੈ, ਨਾ ਆਉਣ ਵਾਲੇ ਸਮੇਂ ਵਿੱਚ ਹੋਣਾ ਹੈ। ਗੁਰ ਸਿੱਖੀ ਹਿਤ ਅਜਮਤ ਕੀਨਾ। ਜੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਰਾਮਾਤ ਨਹੀਂ ਵਿਖਾਈ, ਜੇ ਵਿਖਾਈ ਤੇ ਸਿੱਖਾਂ ਦੇ ਭਲੇ ਵਾਸਤੇ ਜ਼ਰੂਰ ਵਿਖਾਈ ਹੈ, ਵੀ ਰੋਗੀਆਂ ਦੇ ਰੋਗ ਦੂਰ ਹੋ ਜਾਣ। ਤੋ ਰੋਗੀਆਂ ਦੇ ਰੋਗ ਦੂਰ ਕੀਤੇ, ਉੱਥੇ ਕਰਾਮਾਤ ਵਿਖਾਈ ਹੈ। ਆਪ ਦੀ ਪ੍ਰਸਿੱਧੀ ਵਾਸਤੇ, ਵਡਿਆਈ ਲੈਣ ਵਾਸਤੇ, ਸੰਸਾਰ ਤੋਂ ਨਮਸਕਾਰਾਂ ਕਰਾਉਣ ਵਾਸਤੇ ਕਦੇ ਕਰਾਮਾਤ ਦਾ ਸਹਾਰਾ ਨਹੀਂ ਲਿਆ ਹੈ। ਪਰ ਹੇਤ ਕਰ ਕਿਉ ਨ ਦੀਨਾ। ਇਸ ਕਰਕੇ ਹੋਰ ਕਿਸੇ ਕਾਰਨ ਕਰਕੇ ਕੋਈ ਆਖੀ ਜਾਏ, ਇਹਨਾਂ ਕਦੇ ਕਰਾਮਾਤ ਨਹੀਂ ਵਿਖਾਈ ਹੈ। ਬਲ ਇਤਨੋ ਜਿਮ ਚਾਹੈ ਸੋ ਕਰੈ। ਪਰ ਬਲ ਇਹਨਾਂ ਵਿੱਚ ਇੰਨਾ ਸੀ, ਮੈਂ ਜਾਣਦਾ ਹਾਂ ਮਾਤਾ ਜੀ, ਇੰਨਾ ਬਲ ਸੀ ਸਤਿਗੁਰਾਂ ਵਿੱਚ, ਜਿੰਨਾ ਕਹਿ ਨਹੀਂ ਸਕਦਾ ਹੈ। ਕੋਈ ਜੋ ਚਾਹੁੰਦੇ ਸਤਿਗੁਰੂ ਉਹੀ ਕਰ ਸਕਦੇ ਹੈ। ਤਉ ਨ ਆਇਸ ਪ੍ਰਭੂ ਪ੍ਰਹਰੈ। ਪਰ ਫਿਰ ਵੀ ਪਰਮੇਸ਼ਰ ਦੀ ਆਗਿਆ ਨੂੰ ਤਿਆਗਿਆ ਨਹੀਂ, ਛੱਡਿਆ ਨਹੀਂ। ਜੇ ਅਕਾਲ ਪੁਰਖ ਦੀ ਆਗਿਆ ਅਨੁਸਾਰ ਚੇਚਕ ਦਾ ਰੋਗ ਲੱਗਿਆ ਸਰੀਰ ਨੂੰ, ਤੇ ਪ੍ਰਭ ਪਰਮੇਸ਼ਰ ਦੀ ਆਗਿਆ ਨੂੰ ਸਿਰ ਮੱਥੇ ਮੰਨਣਾ ਕੀਤਾ ਹੈ। ਤਿਨ ਹਿਤ ਕਹਾ ਸੂਕ ਬਨ ਆਵੈ। ਐਸੇ ਦਿਆਲੂ, ਕਿਰਪਾਲੂ, ਦੀਨ ਦਿਆਲ ਸਤਿਗੁਰਾਂ ਦੇ ਪ੍ਰਥਾਏ, ਹੇ ਮਾਤਾ ਜੀ, ਉਹਨਾਂ ਦੇ ਪ੍ਰਥਾਏ ਕੀ ਸੋਗ ਕਰਨਾ ਬਣ ਆਉਂਦਾ। ਸੰਤ ਮੂਏ ਕਿਆ ਰੋਈਆ, ਜੋ ਆਪਣੇ ਗ੍ਰਹਿ ਜਾਏ, ਰੋਵਹੁ ਸਾਕਤ ਬਾਪਰੇ, ਜੋ ਹਾਟੈ ਹਾਟ ਵਿਕਾਏ। ਹੇ ਮਾਤਾ, ਐਸੇ ਸਤਿਗੁਰੂ ਗੁਰੂ ਗਰੀਬ ਨਵਾਜ ਮਹਾਰਾਜ ਦੇ ਪ੍ਰਥਾਏ ਕੀ ਸੋਗ, ਕੀ ਦੁੱਖ ਕਰਨਾ ਬਣਦਾ ਹੈ। ਸੁਤੋ ਤਰਨ ਤਨ ਆਏ ਸੋ ਜਾਵੈ। ਉਹ ਤਾਂ ਅਕਾਲ ਪੁਰਖ ਪਰਮੇਸ਼ਰ ਜਿਹੜਾ ਸੁਤੇ ਪ੍ਰਕਾਸ਼ ਸਨਗੇ, ਤੇ ਧਰਤੀ ਦੇ ਉੱਪਰ ਮਨੁੱਖਾ ਜਾਮਾ ਧਾਰ ਕੇ ਸੁਤੇ ਸਵੈੰ ਪ੍ਰਕਾਸ਼ ਸਰੂਪ ਗੁਰੂ ਅਕਾਲ ਪੁਰਖ ਆਏ ਤੇ ਸੋ ਜਾਵੈ। ਤੇ ਫਿਰ ਸੁਤੇ ਸਿੱਧ ਗਏ, ਅਥਵਾ ਜਿਹੜਾ ਸਰੀਰ ਧਰਤੀ ਤੇ ਆਉਂਦਾ, ਉਹ ਆਉਂਦਾ ਫਿਰ ਉਹ ਸਰੀਰ ਨੂੰ ਜਾਣਾ ਪੈਂਦਾ ਹੈ। ਕਾਰਨ ਕਢਵੇ ਬਿਖਸ ਛੰਦ। ਸੱਚੇ ਪਾਤਸ਼ਾਹ ਜੀ ਕਾਰਨ ਕਹੀਏ, ਸਾਰੇ ਕੌਤਕ ਕਰਨ ਦੇ ਵਿੱਚ ਸੁਛੰਦ ਸਨਗੇ, ਸੁਤੰਤਰ ਸਨਗੇ ਤੇ ਸਮਰੱਥਾਵਾਨ ਸਨਗੇ। ਸਦਾ ਗਿਆਨ ਮੈਂ ਸਚ ਦਾ ਆਨੰਦ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਦਾ ਰਹਿਣ ਵਾਲੇ ਭਾਵ ਅਬਿਨਾਸ਼ੀ ਸਨਗੇ, ਤੇ ਗਿਆਨ ਦਾ ਮੈਂ ਕਹੀਏ ਰੂਪ ਸਨਗੇ। ਬਿੰਦੀ ਨਾ ਲੱਗੇ ਤੇ ਮੈਂ ਤੋਂ ਭਾਵ ਰੂਪ ਹੁੰਦਾ। ਗਿਆਨ ਮੈਂ ਸਨਗੇ, ਗਿਆਨ ਰੂਪ ਸਨਗੇ। ਸਤ ਚਿਦਾਨੰਦ ਸਨਗੇ, ਸਤ ਨਾਸ਼ ਤੋਂ ਰਹਿਤ ਚਿਤਾ ਚੇਤਨ, ਤੇ ਪ੍ਰਾਪਤੀ ਉਹਨਾਂ ਦੀ ਜਿਨ੍ਹਾਂ ਨੂੰ ਹੋਈ, ਉਹ ਸਾਰੇ ਆਨੰਦ ਸਰੂਪ ਹੋ ਗਏ। ਆਨੰਦ ਦੇ ਬਖਸ਼ਣ ਵਾਲੇ ਸਤਿਗੁਰੂ ਸਨ। ਹੋਹੀ ਪ੍ਰਸੰਨ ਦੇਹ ਕਲਿਆਣ। ਤੇ ਜਿਹਦੇ ਤੇ ਸਤਿਗੁਰੂ ਜੀ ਪ੍ਰਸੰਨ ਹੋ ਜਾਂਦੇ, ਉਹਨਾਂ ਨੂੰ ਕਲਿਆਣ ਮੁਕਤੀ ਦੀਆਂ ਦਾਤਾਂ ਬਖਸ਼ ਦਿੰਦੇ। ਜਨਮ ਮਰਨ ਕੇ ਬੰਧਨ ਹਾਨ। ਜਿਨ੍ਹਾਂ ਨੇ ਜੀਵਾਂ ਦੇ, ਸਿੱਖਾਂ ਦੇ ਜੋ ਸ਼ਰਨੀ ਪੈ ਗਿਆ, ਉਹਨਾਂ ਦੇ ਜੰਮਣ ਅਥਵਾ ਮਰਨ ਦੇ ਸਾਰੇ ਬੰਧਨਾਂ ਨੂੰ ਨਾਸ਼ ਕਰ ਦਿੱਤਾ ਸੀ। ਪਤ ਸੁਤ ਕੇ ਗੁਣ ਸਿਮਰਤ ਰਹੀਐ। ਇਸ ਲਈ ਮਾਤਾ ਜੀ ਹੁਣ ਤਾਂ ਮਹਾਰਾਜ ਤਾਂ ਆਪਦੀ ਲੀਲਾ ਸਮੇਟ ਗਏ ਹੈ, ਤੇ ਸਤਿਗੁਰੂ ਮਹਾਰਾਜ ਨੂੰ ਯਾਦ ਕਰੋ, ਗੁਰੂ ਹਰਿਰਾਏ ਸਾਹਿਬ ਨੂੰ ਹਿਰਦੇ 'ਚ ਵਸਾਓ। ਇਹ ਪਤੀ ਆਪ ਜੀ ਦੇ ਪਰਮੇਸ਼ਰ, ਫਿਰ ਆਪ ਜੀ ਕੇ ਸਾਹਿਬਜ਼ਾਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਇਹਨਾਂ ਦੋਹਾਂ ਨੂੰ ਆਪਦੇ ਹਿਰਦੇ ਵਿੱਚ ਇਹਨਾਂ ਦੀ ਮੂਰਤ ਦਾ ਧਿਆਨ ਧਾਰਦਿਆਂ ਹੋਇਆਂ, ਤਨ ਕੇ ਅੰਤ ਮਿਲਨ ਕੋ ਚਾਹੀਏ। ਜਿੰਨਾ ਸਮਾਂ ਸਰੀਰ ਤੁਹਾਡਾ ਹੈ, ਉਹਨਾਂ ਸਮਾਂ ਸਤਿਗੁਰਾਂ ਦੀ ਸਿਮਰਨ ਦੇ ਵਿੱਚ, ਯਾਦ ਵਿੱਚ ਬਤੀਤ ਕਰੋ। ਅੰਤ ਹੋਏਗਾ ਸਰੀਰ ਦਾ, ਤਾਂ ਉਹਨਾਂ ਦੇ ਨਾਲ ਤੁਹਾਡਾ ਮਿਲਾਪ ਹੋ ਜਾਣਾ ਹੈ। ਸਕਲ ਸੰਗਤਾ ਹੈ ਤੁਮਾਰੀ। ਬਾਕੀ ਜਿੰਨੀ ਸਾਧ ਸੰਗਤ ਹੈ ਮਾਤਾ ਜੀ, ਸਾਰੀ ਸੰਗਤ ਆਪ ਜੀ ਦੀ ਹੈ। ਆਪ ਜੀ ਨੂੰ ਸਤਿਗੁਰਾਂ ਦੇ ਸ਼੍ਰੀ ਮਾਤਾ ਜੀ ਜਾਣ ਕਰਕੇ ਬੜਾ ਸਤਿਕਾਰ ਕਰਦੇ ਹੈ, ਬਹੁਤ ਭਾਰੀ ਆਪ ਜੀ ਦਾ ਪ੍ਰੇਮ ਕਰਦੇ ਹਨ। ਸੇਵਾ ਕਰਹ ਅਨੇਕ ਪ੍ਰਕਾਰੀ। ਤੋ ਮਹਾਰਾਜ ਮਾਤਾ ਜੀ ਸਾਰੀਆਂ ਸੰਗਤਾਂ ਆਪ ਜੀ ਕੇ ਚਰਨਾਂ ਦੀਆਂ ਸੇਵਕ ਹਨਗੇ, ਤੋ ਸਭ ਸੰਗਤਾਂ ਆਪ ਜੀ ਕੀ ਜਥਾ ਯੋਗਤਾ ਬਣੇਗੀ, ਸੇਵਾ ਕਰਨਗੀਆਂ। ਜਹ ਸੁਖ ਦੇਖੋ ਤਿਹ ਠਾਹ ਰਹੀਐ। ਹੁਣ ਆਪ ਜੀ ਦੀ ਮਰਜ਼ੀ ਹੈ ਮਾਤਾ ਜੀ, ਵੀ ਅਸੀਂ ਨਹੀਂ ਕਹਿੰਦੇ ਆਪ ਜੀ ਇੱਥੋਂ ਜਾਓ, ਜੀ ਕਰਦਾ ਆਪ ਜੀ ਦਾ ਮਰਜ਼ਾ ਹੈ ਵੀ ਭਾਵੇਂ ਦਿੱਲੀ ਰਹਿ ਲਓ ਆਪ ਜੀ, ਤੇ ਜੀ ਕਰਦਾ ਮਾਤਾ ਜੀ ਕੀਰਤਪੁਰ ਸਾਹਿਬ ਚੱਲ ਜਾਓ, ਜਿੱਥੇ ਤੁਹਾਨੂੰ ਚੰਗਾ ਲੱਗਦਾ, ਸੌਖਾ ਲੱਗਦਾ ਰਹਿਣਾ, ਆਪ ਜੀ ਉੱਥੇ ਰਹਿ ਸਕਦੇ ਹੋ। ਕੁਛ ਕਾਰਜ ਹੋਏ ਮੋਹ ਕਹੋ ਕਹੀਐ। ਜੇ ਮੇਰੇ ਭਾਵ ਰਾਜੇ ਜੈ ਸਿੰਘ ਦੇ ਤੱਕ ਤੁਹਾਨੂੰ ਕੋਈ ਕਾਰਜ ਹੋਵੇ ਮਾਤਾ ਜੀ, ਤਾਂ ਬੇਝਿਜਕ ਹੋ ਕੇ ਆਪ ਜੀ ਨੇ ਹੁਕਮ ਕਰ ਦੇਣਾ ਜੀ। ਤੁਮਰੇ ਨੰਦਨ ਕੋ ਮਹਿ ਦਾਸ। ਅਸੀਂ ਆਪ ਜੀ ਕੇ ਸਾਹਿਬਜ਼ਾਦੇ ਗੁਰੂ ਹਰਿਕ੍ਰਿਸ਼ਨ ਸਤਿਗੁਰਾਂ ਦੇ ਦਾਸ ਹਾਂ।
ਚਾਹੇ ਰਾਜੇ ਆ, ਪਰ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨੌਕਰਾਂ ਘਰ ਦੇ। ਆਪ ਜੀ ਮਾਤਾ ਹੋ ਸਤਿਗੁਰਾਂ ਦੇ, ਜੋ ਹੁਕਮ ਕਰੋਗੇ ਮਾਤਾ ਜੀ ਅਸੀਂ ਉਸੇ ਤੇ ਫੁੱਲ ਚੜਾਵਾਂਗੇ। ਕਿਮ ਆਪਨੋ ਜਾਨਹੁ ਨਿਰਜਾਸ। ਤੇ ਸਾਨੂੰ ਨਿਰਣੇ ਸਹਿਤ ਆਪਦੇ ਘਰ ਦੇ ਸੇਵਕ ਜਾਣਨਾ ਮਾਤਾ ਜੀ। ਜਿਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਾਨੂੰ ਆਪਦੇ ਘਰ ਦੇ ਦਾਸ ਜਾਣਦੇ ਰਹੇ, ਆਪ ਜੀ ਨੇ ਵੀ ਸਾਡੇ ਤੇ ਤਰਸ ਰੱਖਣਾ ਹੈ। ਕਰ ਜੋਰੇ ਸੇਵਾ ਮਹਿ ਖਰੋ। ਤੇ ਮੈਂ ਆਪ ਜੀ ਕੀ ਸੇਵਾ ਵਿੱਚ ਸਦਾ ਹਾਜ਼ਰ ਰਵਾਂਗਾ, ਹੱਥ ਜੋੜੇ ਹੋਏ। ਤੇ ਰਾਜਾ ਜੈ ਸਿੰਘ ਬੋਲਦਾ ਹੈ, ਨਿਜ ਲਖ ਆਗਿਆ ਮੋਹ ਪਰ ਕਰੋ। ਹਾਂ ਮਾਤਾ ਜੀ, ਜਿਵੇਂ ਆਪ ਜੀ ਦਾ ਹੁਕਮ ਹੋਏਗਾ ਅਸੀਂ ਉਦਾਂ ਕਰਾਂਗੇ। ਸੋ ਆਪ ਜੀ ਹੁਣ ਮੈਨੂੰ ਆਗਿਆ ਬਖਸ਼ੋ, ਮੋਹ ਪਰ ਖੁਸ਼ੀ ਕਰੋ। ਤੇ ਮਾਤਾ ਜੀ ਮੈਨੂੰ ਇਥੋਂ ਚਾਲੇ ਦੀ ਆਗਿਆ ਬਖਸ਼ਣਾ ਕਰੋ ਜੀ। ਕ੍ਰਿਸ਼ਨ ਕੋਇਰ ਗੁਰ ਮਾਤਾ ਤਬੈ। ਇਧਰ ਮਾਤਾ ਜੀ ਮਾਤਾ ਕ੍ਰਿਸ਼ਨ ਕੌਰ ਜੀ ਸਤਿਗੁਰਾਂ ਦੇ ਜੋ ਸਤਿਕਾਰਯੋਗ ਮਾਤਾ ਹਨ। ਮਹਿ ਪਾਲਕ ਤੇ ਸੁਨ ਕਰ ਸਬੈ। ਉਹ ਰਾਜੇ ਜੈ ਸਿੰਘ ਤੋਂ ਸਾਰਾ ਬੇਨਤਾ ਸੁਣਿਆ ਹੈ। ਕੁਛ ਧੀਰਜ ਧਰ ਗਿਰਾ ਉਚਾਰੀ। ਧੀਰਜ ਧਾਰਦੇ ਹੋਏ ਮਾਤਾ ਜੀ ਨੇ ਜੈ ਸਿੰਘ ਰਾਜੇ ਤਾਈਂ ਬਚਨ ਕੀਤਾ ਹੈ। ਔਰ ਸ਼ਰਧਕ ਗੁਰ ਸੇਵਕ ਭਾਰੀ। ਆਖਿਆ, ਹਾਂ ਰਾਜਾ ਜੈ ਸਿੰਘ ਨੂੰ ਆਖਿਆ ਵੀ ਅਸੀਂ ਜਾਣਦੇ ਹਾਂ ਵੀ ਆਪ ਜੀ ਇਹ ਰਾਜਨ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਘਰ ਦੇ ਬੜੇ ਭਾਰੀ ਹਿਰਦੇ ਕਰਕੇ ਸ਼ਰਧਕ ਹੋ, ਬੜੀ ਭਾਵਨਾ ਗੁਰੂ ਘਰ ਉੱਪਰ ਆਪ ਜੀ ਰੱਖਦੇ ਹੋ। ਤੋਹੇ ਪ੍ਰੇਮ ਕਰ ਇਤ ਗੁਰ ਆਏ। ਵੇਖੋ ਮਹਾਰਾਜ ਔਰੰਗਜ਼ੇਬ ਦੇ ਸੱਦੇ ਤੇ ਨਹੀਂ ਆਏ ਇੱਥੇ, ਤੁਹਾਡਾ ਪ੍ਰੇਮ ਹੀ ਸੀ ਨਾ ਰਾਜੇ, ਜਿਹਦੇ ਕਰਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਚੱਲ ਕੇ ਆਏ ਸਨ। ਪੁਰ ਮਹਿ ਸਿੱਖ ਸੰਗਤ ਸਮੁਦਾਏ। ਫਿਰ ਨਗਰ ਦੀ ਕਿੰਨੀ ਦਿੱਲੀ ਨਗਰ ਦੀ ਸਾਧ ਸੰਗਤ ਹੈ ਜੋ ਸਤਿਗੁਰਾਂ ਨੂੰ ਬੜਾ ਪ੍ਰੇਮ ਕਰਦੀ ਹੈ। ਸਭ ਹਿਨ ਭਾਉ ਕਰਿਓ ਬਹੁ ਤੇਰਾ। ਤੇ ਸਾਰੀ ਸਾਧ ਸੰਗਤ ਨੂੰ ਦਰਸ਼ਨ ਹੋਏ ਗੁਰੂ ਹਰਕ੍ਰਿਸ਼ਨ ਸਾਹਿਬ ਦੇ। ਇਹ ਸਾਰੀ ਜਿਹੜੀ ਮਿਹਨਤ ਮਸ਼ੱਕਤ ਉਹ ਰਾਜਨ ਆਪ ਜੀ ਦੀ ਹੈ। ਤੁਸੀਂ ਸਤਿਗੁਰਾਂ ਨੂੰ ਪ੍ਰੇਮ ਨਾਲ ਦਿੱਲੀ ਲੈ ਕੇ ਆਏ, ਜਿਸ ਕਰਕੇ ਦਿੱਲੀ ਦੀਆਂ ਇਸ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਦਰਸ਼ਨ ਹੋਏ। ਤੇ ਦਿੱਲੀ ਦੀ ਸਾਧ ਸੰਗਤ, ਤੁਹਾਡੇ ਇਲਾਕੇ ਦੀ ਸਾਰੀ ਸਾਧ ਸੰਗਤ ਨੇ ਸਤਿਗੁਰਾਂ ਦਾ ਬਹੁਤ ਪ੍ਰੇਮ ਸਤਿਕਾਰ ਅਦਬ ਵੀ ਕੀਤਾ ਹੈ। ਵੱਡੇ ਗੁਰਨ ਸਮਸਰ ਸਭ ਹੀਰਾ। ਜਿਵੇਂ ਵੱਡੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਜੀ, ਏਦਾਂ ਦਿੱਲੀ ਦੀ ਸਾਧ ਸੰਗਤ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਹੀਰਿਆ ਜਾਣਿਆ ਸਤਿਕਾਰਿਆ ਹੈ। ਅਬ ਮਮ ਰਹਿਨ ਬਨਹ ਨਹ ਈਹਾ। ਤੋ ਠੀਕ ਹੈ, ਭਾਵੇਂ ਸੰਗਤਾਂ ਸਾਡਾ ਬਹੁਤ ਸਤਿਕਾਰ ਕਰਦੀਆਂ ਪ੍ਰੇਮ ਕਰਦੀਆਂ, ਪਰ ਸਾਡਾ ਹੁਣ ਇੱਥੇ ਰਹਿਣ ਦਾ ਦਿੱਲੀ 'ਚ ਕੋਈ ਮਨ ਨਹੀਂ ਹੈ। ਅਸੀਂ ਇੱਥੇ ਰਹਿਣਾ ਨਹੀਂ ਚਾਹੁੰਦੇ ਹਾਂ। ਕੀਰਤਪੁਰ ਪਹੁੰਚਨ ਕੀ ਪ੍ਰੀਹਾ। ਸਾਡੀ ਬਸ ਇਹੀ ਇੱਛਾ ਹੈ ਵੀ ਅਸੀਂ ਹੁਣ ਇੱਥੋਂ ਕੀਰਤਪੁਰ ਸਾਹਿਬ ਪੁਨः ਵਾਪਸ ਚਲੇ ਜਾਈਏ। ਏਤਿਕ ਦਿਵਸ ਬਾਸ ਇਸ ਥਾਨ। ਅਸੀਂ ਕੁਝ ਕੁ ਦਿਨ ਅਜੇ ਹੋਰ ਇਸੇ ਥਾਂ ਤੇ ਰਹਾਂਗੇ। ਪੁਨ ਅਭਿਲਾਖੋਂ ਕਰਨ ਭਿਆਨ। ਤੇ ਇਸ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਦੇ ਦੁਸਹਿਰੇ ਤੋਂ ਬਾਅਦ ਫਿਰ ਅਸੀਂ ਇੱਥੋਂ ਚਾਲਾ ਪਾ ਦੇਣਾ। ਅਸੀਂ ਕੀਰਤਪੁਰ ਸਾਹਿਬ ਰਹਿਣਾ ਚੰਗਾ ਸਮਝਦੇ ਹਾਂ। ਸੁਨ ਕਰ ਕਹਿਤ ਭਇਓ ਨਰ ਰਾਈ। ਸੁਣ ਕੇ ਮਾਤਾ ਜੀ ਦੇ ਬਚਨਾਂ ਨੂੰ ਤੇ ਜੈ ਸਿੰਘ ਰਾਜਾ ਹੱਥ ਜੋੜ ਬੋਲਿਆ ਹੈ। ਸਰਬ ਗੁਰਨ ਤੇ ਜਿਮ ਚੱਲ ਆਈ। ਮਾਤਾ ਜੀ ਤਾਂ ਸਤ ਬਚਨ ਆਪ ਜੀ ਕੀ ਇੱਛਾ ਹੈ, ਜਿਵੇਂ ਚਲੋ ਕਰੋ, ਕੀਰਤਪੁਰ ਸਾਹਿਬ ਰਹੋ, ਇੱਥੇ ਰਹੋ। ਪਰ ਮੈਂ ਇੱਕ ਬੇਨਤੀ ਕਰਾਂ ਵੀ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਜਿਵੇਂ ਗੁਰੂ ਘਰ ਦੀ ਮਰਿਆਦਾ ਚੱਲਦੀ ਆਈ ਹੈ, ਨਿਜ ਗਾਦੀ ਪਰ ਪ੍ਰਥਮ ਬਿਠਾਏ। ਉਹ ਇਹ ਹੈ ਵੀ ਜਦੋਂ ਵੀ ਗੁਰੂ ਸਤਿਗੁਰੂ ਜਿਹੜੇ ਗੁਰਤਾ ਗੱਦੀ ਤੇ ਹੁੰਦੇ, ਉਹ ਜਦੋਂ ਵੀ ਚਾਲਾ ਮਾਰਦੇ ਸੱਚਖੰਡ ਨੂੰ, ਇਹ ਮਾਤਾ ਗੁਰੂ ਘਰ ਦੀ ਮਰਿਆਦਾ ਚੱਲਦੀ ਆਈ ਹੈ ਵੀ ਜਦੋਂ ਪਹਿਲੇ ਸਤਿਗੁਰੂ ਸੱਚਖੰਡ ਚਾਲਾ ਮਾਰਨ ਲੱਗਦੇ, ਆਪਦੀ ਗੁਰਤਾ ਗੱਦੀ ਕਿਸੇ ਨੂੰ ਦੇ ਕੇ ਜਾਂਦੇ, ਹੱਥੀਂ ਤਿਲਕ ਲਾਉਂਦੇ ਜਾਂ ਗੁਰਤਾ ਗੱਦੀ ਹੱਥੀਂ ਦੇ ਕੇ ਜਾਂਦੇ, ਤੇ ਸੰਗਤਾਂ ਨੂੰ ਉਹ ਸਤਿਗੁਰਾਂ ਦੇ ਨਵੇਂ ਜਿਹੜੇ ਗੁਰਤਾ ਗੱਦੀ ਮਹਾਰਾਜ ਸਜਦੇ, ਉਹਨਾਂ ਦੇ ਚਰਨੀ ਪਾ ਕੇ ਜਾਂਦੇ ਸਨ। ਬਹੁਰ ਬਿਕੁੰਠ ਬਸਨ ਪਧਰਾਏ। ਪਹਿਲਾਂ ਗੁਰਤਾ ਗੱਦੀ ਸੌਂਪਦੇ ਕਿਸੇ ਅੱਗੇ ਸੇਵਕ ਜਾਂ ਪੁੱਤਰ ਨੂੰ, ਫੇਰ ਜਾ ਕਰਕੇ ਸੱਚਖੰਡ ਚਾਲਾ ਪਾਉਂਦੇ ਸਨ। ਸੋ ਗਤ ਇਨ ਤੇ ਕਿਮ ਬਨ ਆਈ। ਪਰ ਮਾਤਾ ਜੀ ਹੁਣ ਉਹ ਮਰਿਆਦਾ ਜਿਹੜੀ ਗੁਰੂ ਘਰ ਦੀ ਆਦਿ ਕਾਲ ਤੋਂ ਚੱਲੀ ਆਉਂਦੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ, ਉਹ ਹੁਣ ਇਹਨਾਂ ਤੋਂ ਕਿਵੇਂ ਬਣ ਆਈ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਸਮੇਂ ਹੁਣ ਕੀ ਸਮਝਣਾ ਕਰੀਏ ਜੀ। ਅਬ ਜਿਸ ਕੋ ਦੀਜਹ ਉਪਹਾਰ। ਹੁਣ ਮਾਤਾ ਜੀ ਅਸੀਂ ਕਿਹਨੂੰ ਨਮਸਕਾਰਾਂ ਕਰੀਏ। ਕੋਲ ਭਾਈ ਗੁਰਬਖਸ਼ ਮੱਲ ਪੰਜੋਖਰਾ ਸਾਹਿਬ ਵਾਲਾ ਮਸੰਦ ਵੀ ਬੈਠਾ ਹੋਇਆ। ਭਾਈ ਗੁਰਬਖਸ਼ ਸਿੰਘ ਨੂੰ ਵੀ ਰਾਜਾ ਜੈ ਸਿੰਘ ਪੁੱਛਦਾ, ਮਾਤਾ ਜੀ ਸਭ ਸੰਗਤਾਂ ਜਿੰਨੀਆਂ ਕੁ ਬੈਠੀਆਂ ਸਨ, ਕਹਿੰਦਾ ਮਾਤਾ ਜੀ ਹੁਣ ਫਿਰ ਸੰਗਤਾਂ ਜਾਂ ਅਸੀਂ ਗੁਰੂ ਘਰ ਦੇ ਸੇਵਕ ਹਾਂ,
ਕਿਹਨੂੰ ਦਸਵੰਧ ਦਸੇ ਦਸਵੰਧ ਦੀ ਮਾਇਆ ਭੇਜੀਏ, ਕਿਹਨਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਕਿਹਨਾਂ ਨੂੰ ਮੱਥੇ ਟੇਕਿਆ ਕਰਾਂਗੇ। ਸਰਬ ਸਮਾਜ ਆਦ ਦਸਤਾਰ ਜਿੰਨਾ ਰਾਜ ਸਾਜ ਸਮਾਜ ਹੁੰਦਾ ਜਿਹੜਾ ਗੁਰੂ ਘਰ ਭੇਟਾ ਕਰਨਾ, ਕੋਈ ਦਸੇ ਦਸਵੰਧ ਦੀ ਮਾਇਆ, ਰਸਤਾਂ ਭੇਜਣੀਆਂ, ਲੰਗਰਾਂ ਦੀ ਸੇਵਾ, ਕੋਈ ਬਸਤਰ ਭੇਜਣੇ, ਮਾਤਾ ਜੀ ਉਹ ਸਾਰਾ ਪਹਿਰਾ ਅਸੀਂ ਕਿਹਦੇ ਪਰਥਾਏ ਹੈ ਗੁਰਬਖਸ਼ ਜੀ ਭਾਈ ਕਿਹਦੇ ਪਰਥਾਏ ਕਰਾਂਗੇ। ਫਿਰ ਜਿਵੇਂ ਦਸਤਾਰ ਹੋਣੀ, ਦਸਤਾਰ ਬੰਦੀ ਅੱਗੇ ਕਿਹਨੂੰ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ, ਜਾਂ ਹੋਰ ਸ਼ਸਤਰ ਬਸਤਰ ਜਿਹੜੇ ਗੁਰੂ ਘਰ ਭੇਟ ਕਰਨੇ ਉਹ ਅਸੀਂ ਜਾਂ ਦਿੱਲੀ ਦੀਆਂ ਸੰਗਤਾਂ ਕਿਹਨੂੰ ਭੇਟ ਕਰਿਆ ਕਰਨਾ। ਫਿਰ ਗੁਰ ਬਖਸ਼ ਮਸੰਦ ਅਗਾਊ ਭਾਈ ਗੁਰਬਖਸ਼ ਜੀ ਮੱਲ ਪੰਜੋਖਰਾ ਸਾਹਿਬ ਵਾਲੇ ਬੈਠੇ ਹੋਏ ਸਨ ਸਭਾ 'ਚ, ਉਹਨਾਂ ਦੇ ਅੱਗੇ ਰਾਜਾ ਜੈ ਸਿੰਘ ਨੇ ਇਦਾਂ ਬੇਨਤਾ ਕੀਤਾ ਵੀ ਅਸੀਂ ਹੁਣ ਕਿਹਦੇ ਚਰਨੀ ਮੱਥਾ ਟੇਕਿਆ ਕਰਾਂਗੇ। ਤਿਹ ਸੋ ਇਮ ਬੂਝਿਓ ਜਬ ਰਾਊ ਜਦੋਂ ਰਾਜੇ ਜੈ ਸਿੰਘ ਨੇ ਸੰਗਤ ਦੇ ਵਿੱਚ ਮਾਤਾ ਜੀ ਦੀ ਹਜ਼ੂਰੀ ਵਿੱਚ ਭਾਈ ਗੁਰਬਖਸ਼ ਮੱਲ ਜੀ ਮਸੰਦ ਪਾਸੋਂ ਸਾਰੀਆਂ ਸੰਗਤਾਂ ਪਾਸੋਂ ਜਾਂ ਸੰਗਤਾਂ ਨੇ ਇਹ ਬਚਨ ਕੀਤੇ, ਰਾਜਾ ਜੈ ਸਿੰਘ ਨੇ ਸਪਸ਼ਟ ਤੌਰ ਤੇ ਬੇਨਤਾ ਕੀਤਾ ਹੈ। ਤਬ ਸਗਰੋ ਬਿਰਤਾਂਤ ਬਖਾਨਾ ਭਾਈ ਗੁਰਬਖਸ਼ ਜੀ ਨੇ ਫਿਰ ਸਾਰਾ ਬਰਤਾਂਤ ਜਿਹੜਾ ਸੀ ਉਹ ਸੁਣਾ ਦਿੱਤਾ ਹੈ। ਸਭ ਸੰਗਤ ਟਿਗ ਕਿਰਪਾ ਨਿਧਾਨਾ ਵੀ ਹੇ ਰਾਜਾ ਜੈ ਸਿੰਘ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਦੋਂ ਸੱਚਖੰਡ ਚਾਲਾ ਮਾਰਨ ਲੱਗੇ, ਜਿੰਨੀ ਸਾਧ ਸੰਗਤ ਮਹਾਰਾਜ ਦੀ ਹਜ਼ੂਰੀ ਵਿੱਚ ਸਤਿਗੁਰਾਂ ਦੇ ਅੰਤਲੇ ਸਮੇਂ ਆਈ ਹੋਈ ਸੀ, ਪੌਢੇ ਚਹਤ ਪ੍ਰਲੋਕ ਪਧਾਰੇ ਜਦੋਂ ਸਤਿਗੁਰੂ ਬਾਲਾ ਪ੍ਰੀਤਮ ਸੱਚਖੰਡ ਚਾਲਾ ਪਾਇਆ ਚਾਹੁੰਦੇ ਸਨ, ਤਬ ਸਿੱਖਨ ਮਿਲ ਬਾਕ ਉਚਾਰੇ ਜਿਹੜੀ ਬੇਨਤੀ ਤੁਸਾਂ ਕੀਤੀ ਆ ਨਾ ਹੁਣ ਵੀ ਕਿਹਨੂੰ ਮੱਥਾ ਟੇਕਾਂਗੇ, ਇਹ ਬੇਨਤੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜਦੋਂ ਮਹਾਰਾਜ ਚਾਲਾ ਪਾਉਣ ਲੱਗੇ ਸੀ, ਸੱਚਖੰਡ ਐਨ ਤਿਆਰੇ ਸਨ, ਉਦੋਂ ਵੀ ਸਾਧ ਸੰਗਤ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਸੀ। ਆਪ ਸੰਭਾਵਨ ਲਗੇ ਸੁਛੰਦ ਪਾਤਸ਼ਾਹ ਜੀ ਆਪ ਤਾਂ ਸੁਤੰਤਰ ਹੋ ਕਰਕੇ ਜੋਤੀ ਜੋਤ ਸਮਾ ਚੱਲੇ ਹੋ, ਕੋ ਬੈਠਾ ਅਬ ਗੁਰ ਮਸਨੰਦ ਆਪ ਜੀ ਕੇ ਮਨਸੰਦ ਕਹੀਏ ਗੱਦੀ ਤੇ ਗੁਰਤਾ ਪਾਵਨ ਤਖਤ ਤੇ ਅੱਗੇ ਮਹਾਰਾਜ ਹੁਣ ਕਿੰਨੇ ਬੈਠਣਾ ਹੈ, ਕਿਸ ਆਗੇ ਹਮ ਮਸਤਕ ਟੇਕਾ ਤੇ ਕਿਹਦੇ ਅੱਗੇ ਪਾਤਸ਼ਾਹ ਜੀ ਅਸੀਂ ਮੱਥਾ ਟੇਕੀਏ, ਕਿਹਦੇ ਅੱਗੇ ਆਪ ਦਾ ਸੁੱਖ ਤੇ ਦੁੱਖ ਦੱਸਿਆ ਕਰਾਂਗੇ। ਕੋ ਉਪਦੇਸ਼ ਹੈ ਦਾਸ ਵਿਵੇਕ ਹੈ ਕਿਹੜਾ ਤੁਹਾਡਾ ਦਾਸ ਹੋਵੇਗਾ ਜਿਹੜਾ, ਜਾਂ ਕੌਣ ਗੁਰੂ ਹੋਵੇਗਾ ਜਿਹੜਾ ਤੁਹਾਡੇ ਦਾਸਾਂ ਸੇਵਕਾਂ ਨੂੰ ਵਿਵੇਕ ਸਹਿਤ ਗਿਆਨ ਸਹਿਤ ਉਪਦੇਸ਼ ਕਰਿਆ ਕਰੇਗਾ। ਪੂਰਬ ਰੀਤ ਗੁਰਨ ਕੀ ਜੋਈ ਕਿਉਂਕਿ ਗੁਰੂ ਘਰ ਦੀ ਜਿਹੜੀ ਪਹਿਲੀ ਮਰਿਆਦਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਤੋਂ ਚੱਲੀ ਆ ਰਹੀ ਹੈ ਵੀ ਸੱਚਖੰਡ ਜਾਣ ਤੋਂ ਪਹਿਲਾਂ ਗੁਰਤਾ ਗੱਦੀ ਤਖਤ ਦੇ ਕੇ ਜਾਂਦੇ ਆ। ਕਿਮ ਕੀਨ ਸਕੈ ਮਿਟ ਹੈ ਸੂਈ ਉਹ ਆਪ ਜੀ ਨੇ ਕੀ ਕੀਤਾ ਉਹਦੀ ਬਾਬਤ ਕਿ ਮਹਾਰਾਜ ਉਹ ਮਰਿਆਦਾ ਮਿਟ ਜਾਏਗੀ ਹੁਣ ਗੁਰਤਾ ਗੱਦੀ ਅੱਗੇ ਚੱਲਣ ਵਾਲੀ। ਤੇ ਆਦਿਕ ਸੁਨ ਉੱਠ ਕਰ ਬੈਠੇ ਇਹ ਰਾਜੇ ਜੈ ਸਿੰਘ ਜਦੋਂ ਸੰਗਤਾਂ ਨੇ ਐਸੇ ਬੇਨਤੀ ਕੀਤੇ ਨਾ ਬਾਲਾ ਪ੍ਰੀਤਮ ਨੂੰ, ਤੇ ਸਤਿਗੁਰੂ ਬਰਾਜੇ ਹੋਏ ਸਨ, ਪਏ ਹੋਏ ਸੀਗੇ ਇੱਥੇ ਪਲੰਗੇ ਆਪਣੇ ਤੇ ਮਹਾਰਾਜ ਚੌਂਕੜਾ ਮਾਰ ਕੇ ਬਹਿ ਗਏ ਸਨ। ਚਹੁੰ ਦਿਸ ਦੇਖ ਸਿੱਖ ਇਕੱਠੇ ਚਾਰ ਚਫੇਰੇ ਮਹਾਰਾਜ ਨੇ ਨੇਤਰ ਚਲਾਏ, ਬੜੇ ਸਿੱਖ ਮਹਾਰਾਜ ਦੇ ਲਾਗੇ ਲਾਗੇ ਇਕੱਠੇ ਹੋ ਬੈਠੇ। ਗੁਰੂ ਗ੍ਰੰਥ ਹੈ ਪ੍ਰਥਮ ਬਖਾਨਾ ਪਹਿਲਾਂ ਤਾਂ ਮਹਾਰਾਜ ਨੇ ਬਚਨ ਆਖਿਆ ਵੀ ਸਾਧ ਸੰਗਤ ਸਿੱਖੋ, ਤੁਹਾਡੇ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਤੁਹਾਡੇ ਸਤਿਗੁਰੂ ਹਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਆਪ ਜੀ ਕੇ ਪਰਮ ਪੂਜਨੀਕ ਹਨ। ਸਤਿਨਾਮ ਮਹਿਮਾ ਮਹਿਆਨਾ ਜਿਸ ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸੱਚੇ ਅਕਾਲ ਪੁਰਖ ਦੇ ਨਾਮ ਦੀ ਬੜੀ ਮਹਿਮਾ ਹੈ, ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੀ ਬੜੀ ਭਾਰੀ ਸੋਭਾ ਹੈ। ਪੈਸੇ ਪੰਚਨ ਲੇਰ ਮੰਗਾਏ ਫਿਰ ਸਿੱਖਾਂ ਬੇਨਤੀ ਕੀਤੀ ਸੀ ਮਹਾਰਾਜ ਫਿਰ ਵੀ ਆਪ ਜੀ ਕਿਰਪਾ ਕਰੋ, ਤੋ ਗੁਰਤਾ ਗੱਦੀ ਕਿਹਨੂੰ ਦੇ ਚੱਲੇ ਹੋ, ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਹੇ ਰਾਜੇ ਜੈ ਸਿੰਘ 5 ਪੈਸੇ ਤੇ ਨਾਰੀਅਲ ਮੰਗਵਾ ਕਰਕੇ ਗਹਿ ਕਰ ਧਰ ਕਰ ਸੀਸ ਨਿਵਾਏ ਸੱਜੇ ਹੱਥ ਵਿੱਚ ਪਕੜ ਕੇ 5 ਪੈਸੇ ਨਾਰੀਅਲ ਗੁਰਤਾ ਤਖਤ ਉੱਪਰ ਰੱਖ ਕਰਕੇ ਤੇ 3 ਪ੍ਰਕਰਮਾਂ ਕੀਤੀਆਂ ਨਾਲ ਮੱਥਾ ਟੇਕ ਕਰਕੇ ਬੋਲੇ ਸਭਨ ਸੁਨਾਏ ਬਿਸਾਲੇ ਸਾਰੀ ਸੰਗਤ ਨੂੰ ਸੁਣਾ ਕਰਕੇ ਬਾਲਾ ਪ੍ਰੀਤਮ ਨੇ ਬਚਨ ਆਖੇ ਸਨ। ਬਸ ਹੈ ਬਾਬਾ ਬੀਚ ਬਕਾਲੇ ਇਹ ਗੁਰਮੁਖ ਸਾਧ ਸੰਗਤ ਜੀ, ਤੁਹਾਡੇ ਸਤਿਗੁਰੂ ਉਹ ਤੇ ਸਾਡੇ ਬਾਬੇ ਲੱਗਦੇ, ਉਹ ਸ੍ਰੀ ਬਾਬਾ ਬਕਾਲਾ ਸਾਹਿਬ ਵਸਦੇ ਹਨ। ਨਾਮ ਉਚਾਰਨ ਕਰਿਓ ਨਾ ਕਿਸ ਕੋ ਪਰ ਸਤਿਗੁਰਾਂ ਨੇ ਨਾਂ ਨਹੀਂ ਸੀ, ਹੇ ਰਾਜਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਨਾਂ ਨਹੀਂ ਕਿਸੇ ਦਾ ਲਿਆ, ਕੇਵਲ ਬਾਬਾ ਬਕਾਲਾ ਦਾ ਇਸ਼ਾਰਾ ਕਰਕੇ ਗਏ ਹਨ।
ਸੁਨਤ ਰਹੇ ਦੇਖਤ ਮੁਖ ਦਿਸ ਕੋ। ਚਲੋ ਸਿੱਖ ਸੁਣ ਕੇ ਖੁਸ਼ ਹੋਏ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਮੁਖ ਦੇ ਦਰਸ਼ਨ ਕਰਦੇ ਰਹੇ। ਪੁਨ ਪੌਢੇ ਸ੍ਰੀ ਗੁਰੂ ਕਿਰਪਾਲਾ। ਇਹਨਾਂ ਬਚਨ ਕਹਿ ਕੇ ਸ੍ਰੀ ਬਾਬਾ ਬਕਾਲਾ ਸਾਹਿਬ ਦਾ ਇਸ਼ਾਰਾ ਕਰਕੇ ਮਹਾਰਾਜ ਫੇਰ ਬਰਾਜ ਗਏ ਸਨ। ਤ੍ਰਿਨ ਸਮ ਤਨ ਤਿਆਗਿਓ ਤਤਕਾਲਾ। ਤੇ ਮਹਾਰਾਜ ਨੇ ਫਿਰ ਜਿਵੇਂ ਕੱਖ ਛੱਡੀ ਦਾ ਨਾ ਐ ਸੁੱਟ ਦਈਦਾ, ਇਦਾਂ ਹੀ ਸਰੀਰ ਛੱਡ ਕੇ ਸੱਚਖੰਡ ਚਲੇ ਗਏ। ਤੇ ਕਿਸੇ ਦੀ ਜਿਹੜੀ ਹੈ ਉਹ ਜੁਰਤ ਨਾ ਪਈ ਮਹਾਰਾਜ ਨੂੰ ਦੁਬਾਰਾ ਪੁੱਛ ਲਈਏ ਵੀ ਮਹਾਰਾਜ ਨਾਮ ਹੀ ਦੱਸ ਕੇ ਜਾਓ। ਮਹਾਰਾਜ ਦਾ ਪ੍ਰਤਾਪ ਹੀ ਐਸਾ ਸੀ ਰਾਜਨ, ਸਾਡੇ ਕਿਸੇ ਤੋਂ ਹੀਆ ਨਾ ਹੋਇਆ ਵੀ ਅਸੀਂ ਮਹਾਰਾਜ ਨੂੰ ਨਾ ਪੁੱਛ ਸਕੀਏ ਵੀ ਕਿਹਨੂੰ ਗੁਰਤਾ ਗੱਦੀ ਮਹਾਰਾਜ ਬਾਬੇ ਬਕਾਲੇ ਵਿੱਚ ਦੇ ਜਾਂ ਬਕਾਲਾ ਸਾਹਿਬ ਵਿੱਚ ਗੁਰਤਾ ਗੱਦੀ ਦੇ ਕੇ ਜਾਓ ਗਏ ਹੋ। ਗ੍ਰਾਮ ਬਕਾਲਾ ਨਿਰਣੈ ਹੋਵਾ। ਤੇ ਸੰਗਤਾਂ ਵਿੱਚ ਇੱਕ ਨਿਸ਼ਚਾ ਵੱਜ ਗਿਆ ਵੀ ਜਿਹੜਾ ਆਉਣ ਵਾਲੇ ਸਮੇਂ 'ਚ ਨਾਵੇਂ ਗੁਰੂ ਸਤਿਗੁਰੂ ਹੋਣਗੇ ਉਹ ਸ੍ਰੀ ਬਕਾਲਾ ਸਾਹਿਬ ਦੀ ਧਰਤੀ ਤੇ ਹੋਣੇ ਹਨ। ਕੋ ਗੁਰ ਥਪਿਓ ਨ ਸੰਸਹਿ ਖੋਵਾ। ਮਹਾਰਾਜ ਦਾ ਬਚਨ ਸੁਣ ਕੇ ਸਭ ਨੇ ਸ਼ੰਕਾ ਗਵਾ ਦਿੱਤਾ ਵੀ ਆਉਣ ਵਾਲਾ ਸਮਾਂ ਹੁਣ ਗੁਰਤਾ ਗੱਦੀ ਬਾਬਾ ਬਕਾਲਾ ਸਾਹਿਬ ਪ੍ਰਗਟ ਹੋਵੇਗੀ। ਸਾਰੇ ਸਿੱਖ ਪ੍ਰਸੰਨਤਾ ਸਹਿਤ ਹੋ ਗਏ ਸਨਗੇ। ਕਿਸੇ ਨੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਤੋਂ ਪੁੱਛਿਆ ਵੀ ਮਹਾਰਾਜ ਗੁਰੂ ਦਾ ਨਾਮ ਵੀ ਦੱਸ ਦਿਓ ਕਿਹਨੂੰ ਥਾਪਿਆ ਹੈ ਜੀ। ਇਹ ਕਿਸ ਹੂੰ ਤੇ ਜਾਣਿਓ ਗਇਓ। ਇਸ ਕਰਕੇ ਹੁਣ ਕਿਸੇ ਤੋਂ ਇਹ ਨਹੀਂ ਜਾਣਿਆ ਗਿਆ ਵੀ ਸਤਿਗੁਰੂ ਆਉਣ ਵਾਲੇ ਨਾਵੇਂ ਪਾਤਸ਼ਾਹ ਦਾ ਨਾਮ ਕੀ ਹੋਵੇਗਾ। ਪੁਨ ਗੁਰ ਬੂਝ ਨ ਉਤਰ ਲਿਓ। ਤੇ ਫਿਰ ਮਹਾਰਾਜ ਤਾਂ ਸੱਚਖੰਡ ਚਾਲਾ ਪਾ ਗਏ। ਕਿਸੇ ਨੇ ਸਤਿਗੁਰਾਂ ਨੂੰ ਪੁੱਛਿਆ ਨਾ ਮਹਾਰਾਜ ਨੇ ਕੋਈ ਜਵਾਬ ਦਿੱਤਾ ਜੀ। ਤਉ ਸੁਨਹੁ ਹੈ ਪ੍ਰਿਥਵੀ ਨਾਥ। ਪਰ ਫਿਰ ਵੀ ਰਾਜੇ ਜੈ ਸਿੰਘ ਸੁਣੋ, ਜੇ ਆਪ ਜੀ ਪੁੱਛਦੇ ਹੋ ਵੀ ਹੁਣ ਬਾਬਾ ਬਕਾਲਾ ਸਾਹਿਬ ਤਾਂ ਬਹੁਤ ਸੋਢੀ ਹੋਣਗੇ, ਤਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰੂ ਕੇ ਜਿਹੜੇ ਸਿੱਖ ਹੈ ਨਾ ਰਾਜਨ, ਸਿੱਖਾਂ ਦੇ ਮਨ ਵਿੱਚ ਇਹ ਭਰੋਸਾ ਹੈ, ਸਿੱਖ ਇਹ ਨੇਚਾ ਰੱਖਦੇ ਆ ਸਤਿਗੁਰਾਂ ਦੇ ਘਰ ਉੱਪਰ। ਬਨਿਓ ਜੋ ਗੁਰ ਹੋਏ ਅਜਮਤ ਸਾਥ। ਵੀ ਜਿਹਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤਾਂ ਜਾਣਦੇ ਹੀ ਹੋਣਗੇ ਨਾ ਵੀ ਕਿਹਨਾਂ ਨੂੰ ਗੁਰਤਾ ਗੱਦੀ ਦੇ ਕੇ ਗਏ ਆ, ਤੇ ਜਿਹਨੂੰ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਦਾ ਥਾਪੜਾ ਹੋਏਗਾ ਗੁਰਤਾ ਗੱਦੀ ਉਹਨਾਂ ਕੋਲ ਜਾਣੀ ਹੈ। ਤੇ ਸੁਤੇ ਸਿੱਧੀ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਮਹਾਰਾਜ ਨੇ ਜਿਨ੍ਹਾਂ ਨੂੰ ਗੁਰਤਾ ਗੱਦੀ ਆਪਦੇ ਮਨ 'ਚ ਖਿਆਲ ਕਰਕੇ ਉਹ ਬਖਸ਼ਿਸ਼ ਕੀਤੀ ਹੋਵੇਗੀ। ਸੂਰਜ ਸਮਨਹ ਛਪਹਿ ਕਦਾਈ। ਉਹਦੇ 'ਚ ਅਜਮਤ ਸ਼ਕਤੀ ਆਉਣੀ ਆਉਣੀ ਹੈ। ਜਿਵੇਂ ਸੂਰਜ ਨਹੀਂ ਨਾ ਛੁਪ ਸਕਦਾ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਭਾਵੇਂ ਇਸ਼ਾਰਾ ਕਰਕੇ ਨਾਂ ਨਹੀਂ ਦੱਸ ਕੇ ਗਏ, ਵੇਖਿਆ ਜੇ ਸਮਾਂ ਆਏ ਤੇ ਆਪੇ ਹੀ ਪ੍ਰਗਟ ਹੋ ਜਾਣਾ। ਜਿਹੜੇ ਨਾਵੇਂ ਸਤਿਗੁਰੂ ਹੋਣਗੇ ਉਹ ਐਦਾਂ ਪ੍ਰਗਟ ਹੋਣਗੇ ਜਿਵੇਂ ਸੂਰਜ ਚੜ੍ਹਦਾ ਕਿਸੇ ਤੋਂ ਰੋਕਿਆ ਨਹੀਂ ਜਾਂਦਾ। ਸੂਰਜ ਦਾ ਪ੍ਰਤਾਪ ਐਸਾ ਹੁੰਦਾ ਵੀ ਮੱਲੋ ਮੱਲੀ ਆ ਹੀ ਜਾਣਾ ਧਰਤੀ ਤੇ ਉਹਦੀਆਂ ਕਿਰਨਾਂ ਨੇ। ਇਸ ਤਰ੍ਹਾਂ ਰਾਜਨ ਜਿਹਨੂੰ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰਤਾ ਬਖਸ਼ ਗਏ ਹੈ ਨਾ, ਉਹਨਾਂ ਨੇ ਪ੍ਰਗਟ ਹੋਣਾ ਹੀ ਹੋਣਾ। ਉਹਨਾਂ ਦਾ ਐਸੀ ਕਲਾ ਹੀ ਜ਼ਾਹਰ ਹੋਵੇਗੀ ਵੀ ਉਹ ਲੁਕੇ ਛੁਪੇ ਨਹੀਂ ਰਹਿ ਜਾਵਣਗੇ। ਸਿੱਖ ਸੰਗਤ ਲੈ ਖੋਜ ਗੁਸਾਈ। ਤੇ ਕੋਈ ਗੱਲ ਨਹੀਂ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਮਹਾਰਾਜ ਦਾ ਬਚਨ ਹੈ ਰਾਜਨ ਵੀ ਜਿੱਥੇ ਗੁਰੂ ਬਹਿੰਦਾ ਉਹ ਥਾਨ ਸੁਹਾਵਾ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਤੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਗੁਰੂ ਜਿੱਥੇ ਬਵੇ ਉਹ ਸਥਾਨ ਪਾਵਨ ਪਵਿੱਤਰ ਹੋ ਜਾਂਦੇ। ਮਹਾਰਾਜ ਬਾਬੇ ਬਕਾਲੇ ਹੈ, ਹੁਣ ਬਾਬਾ ਬਕਾਲਾ ਸਾਹਿਬ ਹੀ ਸਿੱਖਾਂ ਵਾਸਤੇ ਸਭ ਕੁਝ ਹੈ। ਇਸ ਤਰ੍ਹਾਂ ਰਾਜਨ ਫਿਰ ਸਿੱਖਾਂ ਦਾ ਨਿਹਚਾ ਐਸਾ ਹੁੰਦਾ ਵੀ ਉਹ ਗੁਰੂ ਨੂੰ ਲੱਭ ਹੀ ਲੈਂਦੇ ਹੁੰਦੇ ਆ। ਪੂਰੇ ਗੁਰੂ ਨੂੰ ਪੂਰੇ ਸਿੱਖ ਖੋਜ ਲੈਂਦੇ ਹੁੰਦੇ ਹਨ। ਬਹੁ ਨਿਕੇਤ ਹੈ ਤਹ ਸੋਢੀਨ। ਭਾਵੇਂ ਕਿ ਬਹੁਤ ਘਰ ਆ ਉੱਥੇ ਸੋਢੀਆਂ ਦੇ, ਚਾਹੇ ਸੋਢੀ ਬੜੇ ਉੱਥੇ ਬੈਠੇ ਹੋਏ ਹਨ। ਬਸ ਸਤਿਗੁਰ ਬੰਸ ਪ੍ਰਬੀਨ। ਗੁਰੂ ਹਰਗੋਬਿੰਦ ਸਾਹਿਬ ਦੀ ਅੰਸ ਬੰਸ ਸੁਣਿਆ ਵੀ ਇੱਥੇ ਰਹਿੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਸ ਬੰਸ ਵਿੱਚੋਂ ਸੋਢੀ ਜਿਹੜੇ ਹੈ ਉਹ ਇੱਥੇ ਰਹਿੰਦੇ ਆ, ਸੁਣਿਆ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ। ਗੁਰਤਾ ਕਹੋ ਕਾਰਜ ਜਬ ਪਰੈ। ਤੇ ਜਦੋਂ ਜੇ ਕੋਈ ਝੂਠਾ ਗੱਦੀ ਲਾ ਕੇ ਗੁਰੂ ਬਣ ਵੀ ਬਹਿ ਜਾਏਗਾ, ਜਦੋਂ ਸਿੱਖਾਂ ਨੂੰ ਗੁਰੂ ਦੀ ਲੋੜ ਪਏਗੀ ਵੀ ਮਹਾਰਾਜ ਸਾਡੀ ਰੱਖਿਆ ਕਰੋ, ਤੇ ਕੱਚੇ ਪਿੱਲੇ ਥੋੜਾ ਰੱਖਿਆ ਕਰ ਲੈਣਗੇ, ਪੂਰਾ ਹੀ ਕਰੂ ਨਾ। ਜਦੋਂ ਸਿੱਖ ਅਰਦਾਸ ਕਰਨਗੇ, ਜਿਹੜਾ ਅਰਦਾਸ ਪੂਰੀ ਕਰਨ ਦੀ ਸਮਰੱਥਾ ਰੱਖਦਾ ਗੁਰੂ ਉਹ ਹੀ ਹੋਏਗਾ ਨਾ। ਦੂਜਾ ਬੇਸ਼ੱਕ ਮੱਥੇ ਟਿਕਾਈ ਜਾਵੇ। ਜਦੋਂ ਸਿੱਖਾਂ ਨੂੰ ਗੁਰਤਾ ਤਾਈਂ ਕੋਈ ਕਾਰਜ ਪੈ ਗਿਆ, ਸਿੱਖਾਂ ਨੇ ਕੋਈ ਵੱਡੀ ਅਰਦਾਸ ਕਰਨੀ ਕੋਈ ਸੰਕਟ ਦੇ ਵਿੱਚ, ਜਦੋਂ ਗੁਰੂ ਦਾ ਧਿਆਨ ਧਰ ਕੇ ਸਿੱਖ ਅਰਦਾਸ ਕਰਿਆ ਕਰਨਗੇ। ਆਪ ਬਿਦਤ ਆਪ ਹੀ ਕਰੈ। ਤੇ ਸੁਤੇ ਸਿੱਧੀ ਵੇਖਿਆ ਜੇ ਗੁਰੂ ਸਤਿਗੁਰੂ ਪ੍ਰਗਟ ਹੋ ਹੀ ਜਾਣੇ ਆ, ਕਿਉਂਕਿ ਕੱਚੇ ਪਿੱਲਿਆਂ ਤੋਂ ਅਰਦਾਸ ਨਹੀਂ ਪੂਰੀ ਹੁੰਦੀ ਹੈ। ਰਾਮ ਰਾਏ ਔਰ ਮਤ ਸਰ ਧਾਰੀ। ਭਾਵੇਂ ਬਾਬਾ ਰਾਮ ਰਾਏ ਵੀ ਸਤਿਗੁਰੂ
ਹਰਗੋਬਿੰਦ ਸਾਹਿਬ ਦੇ ਪੜਪੋਤਰੇ ਆ, ਗੁਰੂ ਹਰਿਰਾਏ ਸਾਹਿਬ ਦੇ ਵੱਡੇ ਪੁੱਤਰ ਹੈ, ਪਰ ਇਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਬੜੀ ਈਰਖਾ ਕੀਤੀ ਹੈ। ਇਹ ਨਾ ਰਹਿਓ ਗੁਰਤਾ ਅਧਿਕਾਰੀ। ਜਿਸ ਕਰਕੇ ਸੰਗਤਾਂ ਵਿੱਚ ਬੜਾ ਰੋਸ ਹੈ ਕਿ ਬਾਬਾ ਰਾਮ ਰਾਏ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਬਾਬਤ ਬੜੇ ਮੰਦੇ ਬਚਨ ਬੋਲੇ ਹੈ। ਇਸ ਕਰਕੇ ਹੁਣ ਗੁਰਤਾ ਗੱਦੀ ਦੇ ਅਧਿਕਾਰੀ ਨਹੀਂ ਰਹਿ ਗਏ। ਬਾਬਾ ਰਾਮ ਰਾਏ ਨੂੰ ਸੰਗਤਾਂ ਨਹੀਂ ਕਦੇ ਪੂਜਣਗੀਆਂ। ਸਤਿਗੁਰ ਪਿਤ ਨੇ ਕਾਰਜ ਕਰਿਓ। ਤੋ ਸਤਿਗੁਰੂ ਹਰ ਰਾਏ ਸਾਹਿਬ ਨੇ ਵੀ ਇਹਨਾਂ ਨੂੰ ਖਾਰਜ ਕੀਤਾ ਹੋਇਆ। ਜਦੋਂ ਇਹਨਾਂ ਨੇ ਮਿੱਟੀ ਮੁਸਲਮਾਨ ਕੀ ਦੀ ਥਾਵੇਂ ਮਿੱਟੀ ਬੇਈਮਾਨ ਕੀ ਕਿਹਾ ਸੀ ਔਰੰਗੇ ਦੀ ਕਚਹਿਰੀ ਵਿੱਚ, ਗੁਰੂ ਹਰਿਰਾਏ ਸਾਹਿਬ ਨੇ ਉਦੋਂ ਹੀ ਇਹਨਾਂ ਨੂੰ ਖਾਰਜ ਕੀਤਾ ਵੀ ਅਸੀਂ ਸਾਡੇ ਮੱਥੇ ਨਾ ਲੱਗੇ ਤੇ ਸਿੱਖ ਸੰਗਤਾਂ ਰਾਮ ਰਾਏ ਨੂੰ ਕਦੇ ਮੱਥਾ ਨਾ ਟੇਕਣ। ਸਭ ਸੰਗਤ ਮਹਿ ਬਿਦਤ ਉਚਰਿਓ। ਇਹ ਗੱਲ ਤਾਂ ਸਾਰੀ ਸੰਗਤ ਵਿੱਚ ਮਹਾਰਾਜ ਨੇ ਖੜ ਕੇ ਆਖੀ ਸੀ। ਸਾਰਿਆਂ ਨੂੰ ਪਤਾ ਇਸ ਗੱਲ ਦਾ, ਰਾਮ ਰਾਏ ਗੁਰੂ ਘਰੋਂ ਛੇਕਿਆ ਹੋਇਆ ਹੈ। ਵੈਰ ਭਾਵ ਕੋ ਇਹ ਫਲ ਹੋਵਾ। ਫਿਰ ਇਹਨੇ ਵੈਰ ਭਾਵ ਰੱਖਿਆ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨਾਲ, ਜਿਹਦਾ ਭਾਰੀ ਇਹ ਫਲ ਹੋਇਆ ਹੈ। ਗੁਰਤਾ ਪਦ ਨਿਜ ਕਰ ਤੇ ਖੋਵਾ। ਵੀ ਰਾਮ ਰਾਏ ਦੇ ਹੰਕਾਰ ਤੇ ਰਾਮ ਰਾਏ ਦੇ ਝਗੜੇ ਕਰਕੇ ਗੁਰਤਾ ਪਦਵੀ ਜਿਹੜੀ ਉਹ ਇਹਨਾਂ ਦੇ ਘਰ ਤੋਂ ਭਾਵ ਗੁਰੂ ਹਰਿਰਾਏ ਸਾਹਿਬ ਬਾਬਾ ਗੁਰਦਿੱਤਾ ਦੀ ਅੰਸ਼ ਦੇ ਵਿੱਚੋਂ ਗੁਰਤਾ ਗੱਦੀ ਜਿਹੜੀ ਇੱਕ ਵਾਰੀ ਜਿਹੜੀ ਹੈ ਉਹ ਸਮਾਪਤ ਹੋ ਗਈ। ਗੁਰੂ ਹਰਕ੍ਰਿਸ਼ਨ ਸਾਹਿਬ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਦੀ ਅੰਸ਼ ਵਿੱਚ ਅੱਗੇ ਗੁਰਤਾ ਗੱਦੀ ਨਹੀਂ ਰਹਿ ਗਈ। ਇਹ ਸਾਰੀ ਕਰਨੀ ਧਰਨੀ ਬਾਬਾ ਰਾਮ ਰਾਏ ਦੀ, ਬਾਬਾ ਰਾਮ ਰਾਏ ਦੀ ਈਰਖਾ ਕਰਕੇ ਸਭ ਕੁਝ ਹੋਇਆ ਹੈ। ਸ੍ਰੀ ਗੁਰੂ ਦਿੱਤੇ ਸੁਤ ਹਰਿ ਰਾਏ। ਵੇਖੋ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਵੱਡੇ ਸਨ ਬਾਬਾ ਗੁਰਦਿੱਤਾ ਜੀ, ਤੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਛੋਟੇ ਸਨ ਗੁਰੂ ਹਰਿਰਾਏ ਸਾਹਿਬ ਜੀ। ਸਭ ਸੁਤ ਤਜ ਗੁਰ ਤਖਤ ਬਿਠਾਏ। ਇਹਨਾਂ ਗੁਰੂ ਹਰਗੋਬਿੰਦ ਸਾਹਿਬ ਦੀ ਖੁਸ਼ੀ ਲਈ, ਪੋਤਰੇ ਸਨ ਗੁਰੂ ਹਰਗੋਬਿੰਦ ਸਾਹਿਬ ਦੇ ਗੁਰੂ ਹਰਿਰਾਏ ਸਾਹਿਬ ਜੀ, ਇੰਨੀ ਖੁਸ਼ੀ ਲਈ ਦਾਦੇ ਸਤਿਗੁਰਾਂ ਦੀ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਆਪਦੇ ਪੁੱਤਰਾਂ ਨੂੰ ਛੱਡ ਕੇ ਤਿਆਗ ਕੇ ਸੂਰਜ ਮੱਲ ਤੇਗ ਬਹਾਦਰ ਅਣੀ ਰਾਏ ਨੂੰ, ਪੁੱਤਰਾਂ ਨੂੰ ਸਾਹਿਬਜ਼ਾਦਿਆਂ ਨੂੰ ਤਿਆਗ ਕੇ ਤੇ ਅਗਾਂਹ ਗੁਰੂ ਹਰਿਰਾਏ ਸਾਹਿਬ ਭਾਵ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਦੇ ਦਿੱਤੀ ਸੀ। ਤਿਨਹੂ ਆਪਣੇ ਸਦਨ ਟਿਕਾਈ। ਤੇ ਗੁਰੂ ਹਰਿਰਾਏ ਸਾਹਿਬ ਨੇ ਫਿਰ ਆਪਣੇ ਘਰ ਵਿੱਚ ਗੁਰਤਾ ਗੱਦੀ ਟਿਕਾ ਕੇ ਰੱਖੀ। ਅੱਗੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੁਭਾਏਮਨ ਹੋਏ ਸਨ। ਰਾਮ ਰਾਏ ਬਾਦ ਗਵਾਈ। ਪਰ ਰਾਮ ਰਾਏ ਨੇ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਅੰਸ਼ ਵਿੱਚ ਆਈ ਹੋਈ ਗੁਰਤਾ ਗੱਦੀ ਨੂੰ ਝਗੜੇ, ਨਿੰਦਾ, ਈਰਖਾ ਕਰਕੇ ਗਵਾ ਦਿੱਤਾ ਹੈ। ਸੋਢੀ ਅਬ ਸ਼ਰੀਕ ਗੁਰ ਹੋਏ। ਹੁਣ ਗੱਲ ਇਹ ਆ ਰਾਜਾ ਜੈ ਸਿੰਘ ਦੀ ਵੀ ਜਿੰਨੇ ਸੋਢੀ ਆ ਨਾ ਉਹ ਸਾਰੇ ਸ਼ਰੀਕ ਬਣਨਗੇ ਗੁਰੂ ਘਰ ਦੇ। ਉਹ ਸਾਰੇ ਆਪੋ ਆਪਣੀਆਂ ਗੱਦੀਆਂ ਲਾ ਲਾ ਬੈਠ ਰਹੇ ਹਨ। ਇਸ ਮਾਨਹ ਸਿੱਖ ਜੇ ਸਭ ਕੋਏ। ਤੇ ਹੁਣ ਸਾਰੇ ਸੋਢੀ ਚਾਹੇ ਬਹਿ ਜਾਣ, ਸਿੱਖ ਜਿਹੜੇ ਆ ਉਹ ਫਿਰ ਇਸ ਹਿਸਾਬ ਨਾਲ ਤਿਸ ਮੰਨੈ ਸਿੱਖ ਜੇ ਸਭ ਕੋਏ, ਭਾਵ ਵੀ ਜਿਹੜੇ ਸਤਿਗੁਰੂ ਗੁਰੂ ਕੇ ਸ਼ਰੀਕ ਬਣ ਜਾਣਗੇ, ਜਿਹੜੇ ਸੋਢੀ ਗੁਰੂ ਹਰਗੋਬਿੰਦ ਸਾਹਿਬ ਤੋਂ ਅੱਗੇ ਅੰਸ਼ ਚੱਲੀ ਜਾਂ ਗੁਰੂ ਰਾਮਦਾਸ ਤੋਂ ਬਾਅਦ ਪਾਤਸ਼ਾਹ ਤੋਂ ਜਿੰਨੇ ਵੀ ਸੋਢੀ ਹੋਏ ਉਹਨਾਂ ਦੇ ਸਾਹਿਬਜ਼ਾਦੇ, ਜੇ ਉਹ ਗੁਰੂ ਕੇ ਸ਼ਰੀਕ ਬਣ ਵੀ ਜਾਣਗੇ, ਬਾਬਾ ਬਕਾਲਾ ਸਾਹਿਬ ਜਾ ਕੇ ਆਪੋ ਆਪਣੀਆਂ ਗੱਦੀਆਂ ਲਾ ਵੀ ਲੈਣਗੇ ਤਾਂ ਕਿਆ ਅਬ ਹਾਥ ਆਏ ਹੈ ਤਾਂ ਕਿ। ਤੇ ਫੇਰ ਉਹਨਾਂ ਦੇ ਹੱਥ ਕੀ ਆ ਜਾਣਾ, ਕਿਉਂਕਿ ਗੱਲ ਤਾਂ ਪੂਰੇ ਤੋਂ ਹੀ ਬਣਨੀ ਆ ਨਾ। ਅਰਦਾਸ ਪੂਰੀ ਕਰ ਲੈਣਗੇ, ਸਮਰੱਥਾ ਹੈ ਵੀ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਵਾਂਗੂ ਸਾਰੇ ਦਿੱਲੀ ਦਾ ਰੋਗ ਚਰਨਾ ਅੰਮ੍ਰਿਤ ਨਾਲ ਠੀਕ ਕਰ ਸਕਦੇ ਹੋਣ, ਉਹਨਾਂ 'ਚ ਇੰਨੀ ਸਮਰੱਥਾ ਹੈ। ਤੋ ਸਮਾਂ ਆਏ ਤੇ ਸਾਰਾ ਕੁਝ ਹੀ ਪ੍ਰਗਟ ਹੋ ਜਾਣਾ। ਜੇ ਰਾਜਾ ਜੈ ਸਿੰਘ ਜੀ ਸੋਢੀ ਗੱਦੀਆਂ ਲਾ ਕੇ ਗੁਰੂ ਡੰਬ ਪਖੰਡ ਬਣਾ ਵੀ ਲੈਣਗੇ, ਪਰ ਸਮਾਂ ਆਏ ਤੇ ਉਹਨਾਂ ਦੇ ਹੱਥ ਕੁਝ ਨਹੀਂ ਆਉਣਾ ਹੈ। ਦੇਖ ਅਨੁਜ ਕੋ ਮਤ ਸਰ ਜਾ ਕੇ। ਕਿਉਂਕਿ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਦੇਖ ਅਨੁਜ ਕੋ ਮਤ ਸਰ ਜਾ ਕੇ, ਜਿਨ੍ਹਾਂ ਦੇ ਹਿਰਦੇ ਵਿੱਚ ਬਹੁਤ ਭਾਰੀ ਈਰਖਾ ਹੈ। ਨਹਿ ਸਿਆਣਨ ਕੀ ਹੈ ਇਹ ਰੀਤ। ਇਹ ਸਿਆਣਿਆਂ ਦੀ ਰੀਤ ਨਹੀਂ, ਮਰਿਆਦਾ ਨਹੀਂ ਹੈ ਜਿਹੜੀ ਕਿਸੇ ਨਾਲ ਈਰਖਾ ਕਰਨੀ ਹੈ। ਜਨ ਜਨ ਸੁਨੀ ਸੋ ਭਨੀ ਅਨੀਤ। ਜਿਵੇਂ ਬਾਬਾ ਰਾਮ ਰਾਏ ਨੇ ਅਣਜ ਕਹੀਏ ਭਰਾਤਾ ਗੁਰੂ ਹਰਕ੍ਰਿਸ਼ਨ ਸਾਹਿਬ ਨਾਲ ਈਰਖਾ ਕੀਤੀ ਆ ਨਾ, ਇਸ ਕਰਕੇ ਸਿਆਣੇ ਸਿੱਖਾਂ ਦੀ ਮਰਿਆਦਾ ਹੀ ਨਹੀਂ ਹੈ ਈਰਖਾ ਕਰਨੀ, ਖਾਸ ਕਰ ਭਰਾਤਾ ਨਾਲ। ਤੋ ਰਾਮ ਰਾਏ ਨੂੰ ਸਿੱਖਾਂ ਨੇ ਹ੍ਰਿਦਿਓਂ ਨਕਾਰਿਆ ਹੋਇਆ। ਜਿਨ੍ਹਾਂ ਜਿਨ੍ਹਾਂ ਸੁਣੀ ਆ ਰਾਮ ਰਾਏ ਦੀ ਸਾਰੀ ਮੂੰਹ ਦੀ ਕੱਢੀ ਹੋਈ ਪੜਾਸ ਵੀ ਇਹ ਚੇਚਕ ਦੇ ਰੋਗ ਨਾਲ ਸਰੀਰ ਸ਼ਾਂਤ ਹੋਏਗਾ, ਜਾਂ ਗੁਰੂ ਕੀਆਂ ਪੰਕਤੀਆਂ ਬਦਲੀਆਂ ਜਦੋਂ ਰਾਮ ਰਾਏ ਨੇ, ਉਹ ਜਿਨ੍ਹਾਂ ਜਿਨ੍ਹਾਂ ਸਿੱਖਾਂ ਨੇ ਰਾਜਾ ਜੈ ਸਿੰਘ ਜੀ ਇਹ ਪ੍ਰਸੰਗ ਸੁਣੇ ਹੋਏ ਆ ਜਾਂ ਅੱਖੀਂ ਵੇਖੇ ਹੋਏ ਹਨ। ਪ੍ਰਥਮ ਪਿਤਾ ਕੇ ਸਾਥ ਬਿਗਾੜੀ। ਉਹ ਸਭ ਜਾਣਦੇ ਆ ਵੀ ਪਹਿਲਾਂ ਰਾਮ ਰਾਏ ਨੇ ਆਪਣੇ ਪਿਤਾ ਸਤਿਗੁਰੂ ਹਰਿਰਾਏ ਸਾਹਿਬ ਨਾਲ ਵਿਗਾੜੀ ਹੋਈ ਹੈ। ਤੁਨ ਸੁਤ ਹਤ ਬਾਤਹ ਦੁਖਕਾਰੀ। ਫਿਰ ਇਸ ਤਰ੍ਹਾਂ ਜਿਹੜਾ ਹੈ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਇਹਨੇ ਭਾਰੀ ਵੈਰ ਮੰਡਿਆ ਹੈ।
ਪਿਤਾ ਸਤਿਗੁਰੂ ਹਰ ਰਾਏ ਸਾਹਿਬ ਮਹਾਰਾਜ ਨਾਲ ਵਿਗਾੜੀ, ਫਿਰ ਭਰਾ ਨਾਲ ਵਿਗਾੜੀ ਹੈ, ਤੇ ਮਾਤਾ ਨੂੰ ਦੁੱਖ ਦਿੱਤਾ ਹੈ। ਮਾਤਾ ਕ੍ਰਿਸ਼ਨ ਕੌਰ ਜੀ ਨੂੰ ਇਸ ਰਾਮ ਰਾਏ ਨੇ, ਉਹਨਾਂ ਦੇ ਪੁੱਤਰ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੱਚਖੰਡ ਚਾਲਾ ਪਾ ਗਏ ਹਨ। ਸੁਨ ਮਸੰਦ ਤੇ ਜੈ ਸਿੰਘ ਰਾਊ। ਜਦੋਂ ਮਸੰਦ ਭਾਈ ਇਸ ਤਰ੍ਹਾਂ ਗੁਰਬਖਸ਼ ਮੱਲ ਤੋਂ ਸੁਣਿਆ ਨਾ ਸਾਰਾ ਵਰਤਾਂਤ, ਵੀ ਮਹਾਰਾਜ ਬਾਬਾ ਬਕਾਲਾ ਸਾਹਿਬ ਦਾ ਇਸ਼ਾਰਾ ਕਰਕੇ ਗਏ, ਜੇ ਝੂਠੀਆਂ ਗੱਦੀਆਂ ਲਾ ਵੀ ਲੈਣਗੇ ਸੋਢੀ, ਫਿਰ ਪੂਰੀ ਥੋੜਾ ਪੈ ਲਿਆ ਕਿ ਸੱਚਾ ਤਾਂ ਸੱਚ, ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ, ਅੰਤ ਨੂੰ ਤਾਂ ਸੱਚ ਦੀ ਪੂਰੀ ਪੈਣੀ ਹੈ। ਐਸੇ ਬਚਨ ਗੁਰਬਖਸ਼ ਮੱਲ ਮਸੰਦ ਪੰਜੋਖਰਾ ਸਾਹਿਬ ਵਾਲੇ ਤੋਂ ਰਾਜੇ ਜੈ ਸਿੰਘ ਨੇ ਸੁਣੇ ਹਨ। ਕਹਿਓ ਬਿਮਾਤ ਨ ਭਰਾਤ ਸੁਭਾਊ। ਆਖਿਆ ਸੱਚਾ ਬਚਨ ਹੈ। ਰਾਜਾ ਅਜੈ ਸਿੰਘ ਕਹਿੰਦਾ, ਹੈ ਗੁਰਮੁਖ ਪਿਆਰੇ ਭਾਈ ਗੁਰਬਖਸ਼ ਜੀ, ਸੱਚਾ ਪ੍ਰਸੰਗ ਬਚਨ ਹੈ ਆਪ ਜੀ ਦਾ, ਵੀ ਮੈਂ ਮਾਤਨ ਭਾਵ ਜਿਵੇਂ ਮਤਰੇ ਸਨ ਉਹ ਹੋਰ ਮਾਤਾ ਦੇ ਸਨਗੇ, ਜਿਸ ਕਰਕੇ ਰਾਮ ਰਾਏ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਛੋਟੇ ਭਰਾਤਾਂ ਨਾਲ ਈਰਖਾ ਕਰਦੇ ਰਹੇ ਹੈ। ਭਜਮਤ ਮਹ ਸਮਰਥ ਬਲਵੰਤੇ। ਬਲ ਵਾਲੇ ਸਨ ਵੱਧ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਚ ਬਲ ਵੀ ਵੱਧ ਸੀ ਤੇ ਸਮਰੱਥਾ ਵੀ ਵਧੇਕ ਸੀ, ਸ਼ਕਤੀਵਾਨ ਸਨ। ਪਿਤ ਗਾਦੀ ਪਰ ਥਿਰ ਨ ਚਾਹੰਦੇ। ਇਧਰ ਜਿਹੜਾ ਰਾਮ ਰਾਏ ਹੈ, ਸਤਿਗੁਰੂ ਹਰ ਰਾਏ ਸਾਹਿਬ ਮਾਰੇ ਪਿਤਾ ਸਤਿਗੁਰਾਂ ਦੀ ਗੁਰਤਾ ਗੱਦੀ ਉੱਪਰ ਟਿਕਿਆ ਚਾਹੁੰਦਾ ਹੈ, ਤਖਤ ਮੱਲਿਆ ਚਾਹੁੰਦਾ ਹੈ। ਹੋਣਹਾਰ ਗਤ ਮਿਟਹਿ ਨ ਕੈਸੇ। ਪਰ ਜਿਹੜੀ ਭਾਈ ਗੁਰਬਖਸ਼ ਜੀ ਹੋਣਹਾਰ ਹੁੰਦੀ ਹੈ ਨਾ, ਜਿਹੜੀ ਪਰਮੇਸ਼ਰ ਨੇ ਕਰਨੀ ਧੁਰ ਦਰਗਾਹੋਂ ਗੁਰੂ ਨਾਨਕ ਸਾਹਿਬ ਨੇ ਜੋ ਕਰਨਾ ਹੈ, ਉਹ ਕਦੇ ਕਿਸੇ ਬੰਦੇ ਦੇ ਜ਼ੋਰ ਲਾਇਆ ਮਿਟਦੀ ਨਹੀਂ ਹੁੰਦੀ ਹੈ। ਕਰਿਓ ਪਰਸਪਰ ਬੋਲਨ ਐਸੇ। ਇਸ ਤਰ੍ਹਾਂ ਰਾਜਾ ਜੈ ਸਿੰਘ ਤੇ ਭਾਈ ਗੁਰਬਖਸ਼ ਮੱਲ ਜੀ ਨੇ ਆਪਸ ਵਿੱਚ ਬਚਨ ਬਲਾਸ ਕੀਤੇ ਹਨ। ਡਿਪ ਕਰ ਜੋਹਰ ਮਾਤ ਸੋ ਭਾਖਾ। ਇਧਰ ਰਾਜਾ ਜੈ ਸਿੰਘ ਫਿਰ ਸਾਰਾ ਬਚਨ ਸੁਣਾ ਕੇ ਕਹਿ ਕੇ ਤੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਚਰਨੀ ਬੇਨਤਾ ਕੀਤਾ ਹੈ। ਖੁਸ਼ੀ ਕਰੋ ਮੁਝ ਚਲਨ ਭਿਲਾਖਾ। ਮਾਤਾ ਜੀ, ਮੇਰੀ ਚਾਲੇ ਦੀ ਇੱਛਾ ਵੀ ਮੈਂ ਹੁਣ ਜਾਵਾਂ ਆਪਦੇ ਘਰ ਨੂੰ, ਮਹਿਲ ਨੂੰ, ਮੇਰੇ ਤੇ ਖੁਸ਼ੀ ਕਰਿਓ ਜੀ, ਮੈਨੂੰ ਆਗਿਆ ਦਿਓ ਜੀ। ਅਬੇ ਬੰਧਨ ਕਰ ਉਠਿਓ ਪ੍ਰਬੀਨਾ। ਇਸ ਤਰ੍ਹਾਂ ਨਮਸਕਾਰ ਕਰਕੇ ਰਾਜਾ ਜੈ ਸਿੰਘ ਮਾਤਾ ਜੀ ਤੋਂ ਆਗਿਆ ਲੈ ਕੇ ਉੱਠ ਪਿਆ ਹੈ। ਦੇਖ ਮਾਤਾ ਤਬ ਆਸਿਖ ਦੀਨਾ। ਮਾਤਾ ਜੀ ਨੇ ਬੜੀਆਂ ਸੀਸਾਂ ਦਿੱਤੀਆਂ ਰਾਜਾ ਜੈ ਸਿੰਘ ਦੇ ਤਾਈ। ਸ੍ਰੀ ਸਤਿਗੁਰ ਆਵਹਿ ਤੁਮ ਚੀਤ। ਮਾਤਾ ਜੀ ਕਹਿੰਦੇ, ਠੀਕ ਹੈ ਰਾਜਨ, ਗੁਰੂ ਨਾਨਕ ਸਾਹਿਬ ਸਦਾ ਤੈਨੂੰ ਯਾਦ ਆਉਂਦੇ ਰਹਿਣ। ਸ੍ਰੀ ਹਰਿ ਕ੍ਰਿਸ਼ਨ ਸਹਾਇ ਗਨੀਤ। ਧੰਨ ਸਤਿਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਦਾ ਤੁਹਾਡੀ ਸਹਾਇਤਾ ਕਰਦੇ ਰਹਿਣ। ਸਾਹੋ ਸਭਾ ਮਹਿ ਪਤ ਰਹਿ ਆਵੇ। ਤੇਰੀ ਇੱਜ਼ਤ ਪਤ ਰੰਗ ਜੇ ਬਾਦਸ਼ਾਹ ਦੀ ਸਭਾ ਵਿੱਚ ਸਦਾ ਬਣੀ ਰਹੇਗੀ। ਮਨੋ ਕਾਮਨਾ ਗੁਰ ਤੇ ਪਾਵੈ। ਤੇ ਗੁਰੂ ਘਰ ਤੋਂ ਸਦਾ ਜਿਵੇਂ ਤੇਰੇ ਅੰਦਰ ਸ਼ਰਧਾ ਹੈ, ਮਨੋ ਕਾਮਨਾ ਭਾਵਨਾ ਤੂੰ ਪੂਰੀਆਂ ਕਰਦਾ ਰਹੇ। ਤੇਰੀ ਕੋਈ ਕਾਮਨਾ ਭਾਵਨਾ ਮਹਾਰਾਜ ਅਧੂਰੀ ਨਾ ਛੱਡਣ। ਤੇਰੀ ਲਾਜ ਪਤ ਇੱਜ਼ਤ ਪੈਜ ਸੰਸਾਰ ਵਿੱਚ ਬਣੀ ਰਹੇ। ਵਿਦਾ ਹੋਏ ਗਮਨਿਓ ਮਹਿਪਾਲਾ। ਮਾਤਾ ਜੀ ਤੋਂ ਅਸੀਸਾਂ ਲੈ ਕੇ ਰਾਜਾ ਜੈ ਸਿੰਘ ਸਾਧ ਸੰਗਤ ਜੀ ਪੁਨः ਵਾਪਸ ਮੁੜਿਆ ਹੈ। ਲੇ ਜਨਨੀ ਤਬ ਸਵਾਸ ਵਿਸਾਲਾ। ਤਾਂ ਮਾਤਾ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਯਾਦ ਕਰਕੇ ਫਿਰ ਬੜੇ ਠੰਡੇ ਜਿਹੇ ਹੌਕੇ ਲੈਂਦੇ ਹਨ। ਸਤ ਕੋ ਸਿਮਰਨ ਕਰ ਕੁਛ ਰੋਈ। ਮਾਤਾ ਜੀ ਸਾਹਿਬਜ਼ਾਦੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਯਾਦ ਕਰਦੇ ਹੈ, ਥੋੜਾ ਥੋੜਾ ਨੇਤਰਾਂ ਚੋਂ ਜਲ ਵੀ ਡਿੱਗਦਾ ਹੈ। ਗਿਆਨ ਪਾਏ ਪਨ ਧੀਰਜ ਹੋਈ। ਤੋਂ ਪੁਨः ਗਿਆਨ ਦੀ ਸਥਿਤੀ ਵੀ ਮਹਾਰਾਜ ਨੇ ਕਰਾਈ ਹੋਈ ਹੈ ਹਿਰਦੇ ਅੰਦਰ, ਜਿਸ ਕਰਕੇ ਫਿਰ ਧੀਰਜ ਸਹਿਤ ਵੀ ਆਪ ਹੀ ਹੋ ਗਏ ਹਨ। ਕੀਤਕ ਬਾਸੁਰ ਬਾਸਾ ਕੀਨ। ਇਸ ਤਰ੍ਹਾਂ ਕੁਝ ਕੁ ਦਿਨ ਮਾਤਾ ਜੀ ਸਮੇਤ ਸਿੱਖਾਂ ਦੇ ਖਾਲਸਾ ਜੀ ਇੱਥੇ ਦਿੱਲੀ ਨਗਰੀ, ਜਿੱਥੇ ਮਹਾਰਾਜ ਦਾ ਬਾਲਾ ਸਾਹਿਬ ਗੁਰੂ ਘਰ ਬਣਿਆ ਯਮੁਨਾ ਦੇ ਕੰਢੇ, ਮਾਤਾ ਜੀ ਨੇ ਕੁਝ ਸਮਾਂ ਸਿੱਖਾਂ ਦੇ ਸਮੇਤ ਫੌਜਾਂ ਸਮੇਤ ਇੱਥੇ ਹੀ ਪੜਾ ਰੱਖਿਆ ਹੈ। ਸਭ ਸੰਗਤ ਪਿਖ ਭਾਉ ਪ੍ਰਭੀਨ। ਤੇ ਸਭ ਸੰਗਤਾਂ ਦਿੱਲੀ ਦੀਆਂ ਬੜਾ ਪ੍ਰੇਮ ਕਰਦੀਆਂ, ਬੜਾ ਸਤਿਕਾਰ ਮਾਤਾ ਜੀ ਦਾ ਕਰਦੇ ਹੈ। ਸੇਵਾ ਠਾਨਹ ਸਰਬ ਪ੍ਰਕਾਰ। ਸਭ ਤਰ੍ਹਾਂ ਕਰਕੇ ਦਿੱਲੀ ਦੀ ਸਾਧ ਸੰਗਤ, ਚਾਹੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੱਚਖੰਡ ਚਾਲਾ ਮਾਰ ਗਏ ਹੈ, ਇੱਥੇ ਇਲਾਕੇ ਦੀ ਦਿੱਲੀ ਦੀ ਸੰਗਤ ਬਹੁਤ ਸਤਿਕਾਰ ਮਾਤਾ ਜੀ ਦੇ ਹੁੰਦਿਆਂ ਇੱਥੇ ਸਾਰਾ ਸੰਗਤਾਂ ਦਾ, ਆਏ ਹੋਏ ਸਿੱਖਾਂ ਦਾ ਕਰ ਰਹੇ ਹਨ। ਆਏ ਕਰਹਿ ਤਿਮਹੀ ਦਰਬਾਰ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਰੋਜ਼ ਸੰਗਤਾਂ ਆਉਂਦੀਆਂ ਤੇ ਦਰਬਾਰ ਸਜਦਾ ਹੈ, ਉਸੇ ਤਰ੍ਹਾਂ ਹੀ ਕੀਰਤਨ ਹੁੰਦਾ ਹੈ। ਆਸਾ ਦੀ ਵਾਰ ਅੰਮ੍ਰਿਤ ਵੇਲੇ, ਸ਼ਾਮ ਵੇਲੇ ਸੋਦਾ ਰਹਿਰਾਜ ਸਾਹਿਬ ਦੇ ਪਾਵਨ ਪਵਿੱਤਰ ਜਾਪ ਹੁੰਦੇ ਤੇ 2 ਵੇਲੇ ਦੀਵਾਨ ਭਰਦਾ। ਦੂਰੋਂ ਨੇੜਿਓਂ ਸੰਗਤਾਂ ਵੀ ਆਉਂਦੀਆਂ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਧਿਆਨ ਧਰ ਕੇ ਅਰਦਾਸਾਂ ਹੁੰਦੀਆਂ। ਮਹਾਰਾਜ ਸਭ ਉਸੇ ਤਰ੍ਹਾਂ ਹੀ ਰੋਗ ਜਿਹੜੇ ਹੈ, ਦੁੱਖ ਕਲੇਸ਼ ਸਭ ਦੇ ਨਾਸ਼ ਕਰਦੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਦੀ ਕਲਾ ਜਿਹੜੀ ਹੈ ਉਹ ਪ੍ਰਗਟ ਪ੍ਰਤੱਖ ਸਾਧ ਸੰਗਤ ਦੀ ਸਭ ਸਿੱਖਾਂ ਦੇ ਵਿੱਚ ਤੋਂ ਪੰਥ ਦੇ ਵਿੱਚ ਵਿਚਰ ਜਾਂ ਵਰਤ ਰਹੀ ਹੈ। ਇੱਧਰ ਫਿਰ ਆਉਣ ਵਾਲੇ ਸਮੇਂ ਵਿੱਚ ਸਾਧ ਸੰਗਤ ਜੀ ਫਿਰ ਮਸੰਦਾਂ
ਨੂੰ ਪਤਾ ਲੱਗਿਆ, ਕਿਉਂਕਿ ਇਹਨਾਂ ਵਿੱਚ ਗਿਰਾਵਟ ਜੀਵਨ ਵਿੱਚ ਆ ਹੀ ਚੁੱਕੀ ਸੀ ਮਸੰਦਾ ਦੇ ਕੁਝ ਨਾ ਕੁਝ। ਫਿਰ ਉਹ ਇਦਾਂ ਇੱਕ ਦੂਜੇ ਨਾਲ ਹੀ ਕਹਿਣ ਕਹਾਉਣ ਲੱਗ ਪਏ ਵੀ ਫਲਾਣੇ ਨੂੰ ਆਪਾਂ ਗੁਰੂ ਬਣਾ ਦਈਏ, ਉਹਨੂੰ ਬਣਾ ਦਈਏ। ਪਿਰਥੀ ਚੰਦ ਦੀ ਜਿਹੜੀ ਅੰਸ ਬੰਸੀ ਅੱਗੇ ਮਿਹਰਬਾਨ ਤੋਂ, ਉਹ ਕਹਿੰਦੇ ਸਾਨੂੰ ਗੁਰਤਾ ਗੱਦੀ, ਸਾਨੂੰ ਇਸ਼ਾਰਾ ਕਰਕੇ ਗਏ। ਜਿੰਨੇ ਸੋਢੀ ਸੀਗੇ ਜਿਹਦੇ 'ਚੋਂ 22 ਵਿਸ਼ੇਸ਼ ਸਨਗੇ, ਉਹ ਥਾਂਪੁਰ ਥਾਂ ਤੋਂ, ਕਿਉਂਕਿ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਨੇ ਇਸ਼ਾਰਾ ਕੀਤਾ ਬਾਬਾ ਬਕਾਲਾ ਸਾਹਿਬ ਵੱਲ, ਉਦੋਂ ਇਕੱਲੇ ਗੁਰੂ ਤੇਗ ਬਹਾਦਰ ਸਾਹਿਬ ਹੀ ਸਨ ਉੱਥੇ, ਉਦੋਂ ਨਹੀਂ ਸੀ ਹੋਰ ਕੋਈ ਇੱਥੇ ਸੋਢੀ ਰਹਿੰਦਾ। ਕਿਉਂਕਿ ਜਿਹੜੇ ਪਿਰਥੀ ਚੰਦ ਦੀ ਅੰਸ ਬੰਸੀ ਉਧਰ ਕੋਠਾ ਗੁਰੂ ਕਾ ਆ ਮਾਲਵੇ 'ਚ, ਉੱਥੇ ਰਹਿੰਦੇ ਸਨਗੇ। ਸੂਰਜਮਲ ਦੀ ਅੰਸ ਬੰਸ ਕੀਰਤਪੁਰ ਸਾਹਿਬ ਹੀ ਜ਼ਿਆਦੀ ਰਹਿੰਦੀ ਸੀ। ਅਤੇ ਇਸੇ ਤਰ੍ਹਾਂ ਹੋਰ ਜਿਹੜੇ ਕੋ ਧੀਰਮਲ ਵਰਗੇ, ਉਹਦੀ ਅੰਸ ਬੰਸ ਜਿਹੜੀ ਹੈ ਉਹ ਕਰਤਾਰਪੁਰ ਸਾਹਿਬ ਰਹਿੰਦੀ ਹੈ ਸੀ, ਜਿਹੜਾ ਇੱਧਰ ਦੁਆਬੇ 'ਚ ਹੈ। ਬਾਬਾ ਬਕਾਲਾ ਸਾਹਿਬ ਇਕੱਲੇ ਗੁਰੂ ਤੇਗ ਬਹਾਦਰ ਮਹਾਰਾਜ ਇਹੀ ਪਰਿਵਾਰ ਰਹਿੰਦਾ ਸੀ। ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ, ਗੁਰੂ ਤੇਗ ਬਹਾਦਰ ਜੀ ਸੱਚੇ ਪਾਤਸ਼ਾਹ ਇਹੀ ਰਹਿੰਦੇ ਸਨ। ਪਰ ਮਹਾਰਾਜ ਨੂੰ ਚਾਹੇ ਗਿਆਨ ਹੋ ਗਿਆ, ਪਤਾ ਹੀ ਸੀ ਮਹਾਰਾਜ ਨੂੰ ਵੀ ਸਾਨੂੰ ਗੁਰਤਾ ਗੱਦੀ ਦੀ ਕਿਰਪਾ ਕਰ ਦਿੱਤੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ, ਪਰ ਮਹਾਰਾਜ ਨੇ ਫਿਰ ਵੀ ਨਹੀਂ ਕੋਈ ਬਹੁਤਾ ਜਿਹੜਾ ਉਹ ਹੱਥ ਪੈਰ ਮਾਰੇ ਸਨਗੇ। ਤੋ ਫਿਰ ਜਿਹੜੇ ਸੋਢੀ ਸਨਗੇ ਕੱਚੇ ਪਿੱਲੇ, ਕਹੋ ਕਬੀਰ ਛੂਛਾ ਘੱਟ ਬੋਲੈ, ਭਰਿਆ ਹੋਏ ਸੋ ਕਬਹੂ ਨਾ ਡੋਲੈ। ਜਿਨ੍ਹਾਂ ਦੇ ਮਨ ਵਿੱਚ ਵਡਿਆਈ ਲੈਣ ਦੀ ਇੱਛਾ ਸੀ, ਉਹ ਥਾਂਪੁਰ ਥਾਂ ਤੋਂ, ਜਿਵੇਂ ਧੀਰਮਲ ਹੋਇਆ, ਪਿਰਥੀ ਚੰਦੀਏ, ਮੀਣੇ ਜਿਨ੍ਹਾਂ ਨੂੰ ਕਹਿੰਦੇ ਉਹ ਹੋਏ, ਰਾਮ ਰਾਏ ਵਰਗੇ ਹੋਏ, ਸਾਰੇ ਫਿਰ ਹੌਲੀ ਹੌਲੀ ਬਾਬਾ ਬਕਾਲਾ ਸਾਹਿਬ ਪਹੁੰਚਣ ਲੱਗੇ। 22 ਗੁਰੂ ਜਿਹੜੇ ਸੀਗੇ ਉਹ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਬਣ ਕੇ ਬਹਿ ਗਏ ਸਨ। ਫਿਰ ਮਸੰਦ ਗੁਰੂ ਘਰ ਦੇ ਉਹ ਗੰਢਣੇ ਸ਼ੁਰੂ ਕਰ ਦਿੱਤੇ, ਅਤੇ ਉਹ ਜਿਵੇਂ ਧਰਮ ਨੂੰ ਧੰਦਾ ਬਣਾ ਲਿਆ। ਕਲ ਆਈ ਕੁੱਤੇ, ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੈ, ਨਾਹੀ ਕਹਿ ਚੜ੍ਹਿਆ। ਇਹਨਾਂ ਨੇ ਫਿਰ ਉਹ ਮਸੰਦਾਂ ਰਾਹੀਂ ਕਿਹਾ ਵੀ ਚਲੋ ਤੁਸੀਂ ਉਹ ਸੰਗਤਾਂ ਗੁਰੂ ਘਰ ਦੇ ਨਾਂ 'ਤੇ ਤੁਹਾਨੂੰ ਮਾਇਆ ਦਿੰਦੀਆਂ, ਤੁਸੀਂ ਮਸੰਦ ਤਾਂ ਜਾਂ ਪੁਰਾਣੇ ਹੀ ਉਹ ਸਾਰੇ ਗੁਰਤਾ ਗੱਦੀ, ਚਾਹੇ ਨਵੇਂ ਸਤਿਗੁਰਾਂ ਨੂੰ ਗਾਂਹ ਮਿਲ ਗਈ ਹੈ, ਅਤੇ ਜਿੰਨੀ ਮਾਇਆ ਲਿਆਓਗੇ ਤੁਹਾਨੂੰ ਇੰਨੀ ਮਾਇਆ ਦਿਆਂਗੇ। ਕੋਈ ਆਖੇ ਅੱਧੀ ਮਾਇਆ ਤੁਹਾਡੀ, ਕੋਈ ਆਖੇ ਸਾਨੂੰ ਇੰਨਾ ਹਿੱਸਾ, ਵੀ ਮਾਇਆ ਜਿੰਨੀ ਸਿੱਖ ਦੇਣ ਜਦੋਂ 10ਵਾਂ ਹਿੱਸਾ ਸਾਨੂੰ, ਜਦੋਂ ਬਾਕੀ ਸਾਰੀ ਤੁਹਾਡੀ। ਇਸ ਤਰ੍ਹਾਂ ਮਸੰਦਾਂ ਨੂੰ ਜਿਹੜਾ ਉਹ ਖਰੀਦਾ ਫਰੋਤੀ ਕਰਨੀ, ਵੀ ਤੁਸੀਂ ਲਿਆਓ ਸਾਰਾ, ਸੰਗਤਾਂ ਨੂੰ ਸਾਡੇ ਵੱਲ ਪ੍ਰੇਰੋ, ਅਤੇ ਮਾਇਆ ਤੁਹਾਡੀ, ਸੰਗਤਾਂ ਸਾਡੀਆਂ। ਇਸ ਤਰ੍ਹਾਂ ਇਹਨਾਂ ਸਾਰੇ ਸੋਢੀਆਂ ਰਲ ਮਿਲ ਕਰਕੇ ਜਿਹੜਾ ਹੈ ਉਹ ਜਿਵੇਂ ਸਾਧ ਸੰਗਤ ਦੀ, ਫਿਰ ਮਸੰਦਾਂ ਨੇ ਗੁਰੂ ਘਰ ਵਿੱਚ ਬਹੁਤ ਪਾਪ ਕੀਤੇ, ਸੰਗਤਾਂ ਨੂੰ ਬੜਾ ਦੁਖੀ ਕੀਤਾ, ਸੰਗਤਾਂ ਬਹੁਤ ਦੁਖੀ ਹੋਈਆਂ। ਉਹ ਸਾਰਾ ਜਿਹੜਾ ਹੈ ਪ੍ਰਸੰਗ ਅਗਲੇ ਦੀਵਾਨ ਵਿੱਚ ਆਪਾਂ ਵਿਚਾਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਇੱਥੇ ਸਮਾਪਤਾ। ਗਰੀਬ ਨਿਵਾਜ ਸਤਿਗੁਰਾਂ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਕੀਤਿਕ ਬਾਸੁਰ ਬਾਸਾ ਕੀਨ, ਸਭ ਸੰਗਤ ਪਿਖ ਭਾਉ ਪ੍ਰਬੀਨ। ਸੇਵਾ ਠਾਨਹਿ ਸਰਬ ਪ੍ਰਕਾਰ, ਆਏ ਕਰਹਿ ਤਿਮਹੀ ਦਰਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।